ਜਿੱਥੇ ਬਹਿ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਸ਼ਹਾਦਤ ਦਿੱਤੀ ਸੀ, ਉਸ ਅਸਥਾਨ ਨੂੰ ਜਦੋਂ ਸਾੜਿਆ ਜਾਂਦਾ, ਉਹ ਫਿਰ ਹਿੰਦੂ ਕਿਹੜਾ ਹੈ? ਦਿੱਲੀ ਦੇ ਵਿੱਚ ਇਹੀ ਕੰਮ ਉਹਨਾਂ ਨੇ ਹਿੰਦੂਆਂ ਤੋਂ ਇਹਨਾਂ ਤੋਂ ਕਰਵਾਇਆ, ਆਪਣੇ ਬੰਦਿਆਂ ਤੋਂ, ਵੀ ਜਾ ਟਿੱਕਾ ਲਾ ਕੇ ਚਲਾ ਜਾ ਫਲਾਣੀ ਗਲੀ 'ਚ ਜਾ ਕੇ ਸਿੱਖ ਭਰਾਵਾਂ ਦੇ ਇੰਨੇ ਘਰ ਨੇ, ਉਹਨਾਂ ਨੂੰ ਅੱਗ ਲਾ ਦੇ। ਪਰ ਅੱਗ ਲਵਾਉਣ ਵਾਲੇ ਜਿਹੜੇ ਲੋਕ ਸੀ, ਉਹ ਲੰਮੇਰਾ ਸਮਾਂ ਦੇਸ਼ ਤੇ ਰਾਜ ਕਰਦੇ ਆ, ਠੀਕ ਹੈ। ਉਹ ਆਪਣੀਆਂ ਜਿਹੜੀਆਂ ਸਿਆਸੀ ਰੋਟੀਆਂ ਸੇਕਦੇ ਆ। ਜਿਹੜੇ ਮਰ ਗਏ ਉਹ ਵੀ ਸਾਡੇ ਸੀ, ਜਿਹੜਿਆਂ ਨੇ ਮਾਰਤੇ ਉਹ ਵੀ ਸਾਡੇ ਸੀ। ਬਾਕੀ ਜਿਹੜੇ ਹਿੰਦੂ ਭਰਾ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਨੇ? ਕਿ ਉਹਨਾਂ ਨੂੰ ਇਸ ਗੱਲ ਦੀ ਸਮਝ ਹੈ? ਜਿਹੜੇ ਲੋਕ ਦੇਖੋ ਮੌਕਾ ਪ੍ਰਸਤ ਹੋਣਗੇ, ਆਸਾਨ ਫਰਮੋਸ਼ ਹੋਣਗੇ, ਉਹ ਇਹਨਾਂ ਗੱਲਾਂ ਨੂੰ ਭੁੱਲ ਸਕਦੇ ਆ। ਤੇ ਮੈਨੂੰ ਨਹੀਂ ਲੱਗਦਾ ਵੀ ਜਿਉਂਦਿਆਂ ਜਿੰਨੀ ਸਵਾਸਾਂ ਦੀ ਪੂੰਜੀ ਮਹਾਰਾਜ ਨੇ ਸਾਨੂੰ ਦਿੱਤੀ ਹੈ, ਉਹਦੇ ਨਾਲ ਨਹੀਂ ਲਾਇਆ ਜਾ ਸਕਦਾ। ਪਹਿਲਾ ਸ਼ਹੀਦੀ ਪੁਰਬ ਮੇਰੇ ਕੋਲ ਆ ਰਹੇ ਆ, ਠੀਕ ਹੈ। ਇੱਕ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲ ਆ ਰਹੇ ਆ, ਠੀਕ ਹੈ। ਦੋਨੇ ਪਰਵ ਹੈ ਜਿਹੜੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਹਰੇਕ ਜ਼ਿਲ੍ਹੇ 'ਚ ਅਸੀਂ ਵੱਧ ਚੜ੍ਹ ਕੇ ਮਨਾਉਣੇ ਆ ਇਹ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਤੁਹਾਡੇ ਪਸੰਦੀਦਾ ਪ੍ਰੋਗਰਾਮ ਵਿੱਚ। ਦਰਸ਼ਕੋ, ਬੜੀ ਛੇਤੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਜਾਣਾ ਵਾ, ਮੁੱਦਾ ਲੈ ਕੇ ਤੇ ਸ਼ਖਸੀਅਤ ਲੈ ਕੇ। ਮੁੱਦਾ ਬੇਸਿਸ ਗੱਲਾਂ ਬਾਤਾਂ ਕਰਦੇ ਹਾਂ, ਤੁਹਾਡੇ ਸੁਝਾਅ ਆਉਂਦੇ ਨੇ, ਸੈਕੰਡ ਇੰਟਰਵਿਊ ਵਾਸਤੇ ਸਾਡੀ ਹੋਰ ਤਿਆਰੀ ਹੋ ਜਾਂਦੀ ਹੈ। ਆਓ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਨੇ ਪਟਿਆਲਾ ਦੀ ਧਰਤੀ ਤੋਂ ਵੀਰ ਗੱਗੀ ਪੰਡਤ, ਜੋ ਅਕਸਰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਦਿਨ ਪਟਿਆਲੇ ਦੀ ਧਰਤੀ ਤੇ ਮਨਾਉਂਦੇ ਨੇ। ਆਓ ਇਹਨਾਂ ਦੇ ਕੋਲੋਂ ਕੁਝ ਜਾਣਕਾਰੀਆਂ ਲੈਂਦੇ ਹਾਂ ਵੀ ਐਸਾ ਖਿਆਲ ਇਹਨਾਂ ਦੇ ਜ਼ਿਹਨ ਦੇ ਵਿੱਚ ਇਹਨਾਂ ਦੇ ਪੁਰਖਿਆਂ ਵੱਲੋਂ ਪਾਇਆ, ਜਾਂ ਕੀ ਕਾਰਨ ਬਣਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਿੱਖ ਰਾਜਨੀਤੀ ਦੇ ਉੱਪਰ ਹਾਵੀ ਹੋਣਾ ਚਾਹੁੰਦੇ ਹੈ, ਜਾਂ ਇਹ ਕੀ ਕਾਰਨ ਕੀ ਹੋ ਸਕਦਾ। ਆਓ ਜਾਣਨ ਦਾ ਯਤਨ ਕਰਦੇ ਹਾਂ। ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪੜਾਉਣੀ ਚਾਹੁੰਦਾ, ਪਰ ਗਹਿਰਾਈ ਤੱਕ ਜਾ ਕੇ ਯਤਨ ਕਰਨਾ ਚਾਹੁੰਦਾ ਮੈਂ ਵੀ ਇਹ ਸਾਰੇ ਮਾਮਲੇ ਦਾ ਹੱਲ ਕੱਢੀਏ। ਜਾਂ ਹਿੰਦੂ ਭਰਾ ਜੋ ਸਾਡੇ ਭਾਰਤ ਦੀ ਧਰਤੀ ਦੇ ਉੱਪਰ, ਪੰਜਾਬ ਦੀ ਧਰਤੀ ਦੇ ਉੱਪਰ ਨੇ, ਸਾਡੇ ਹਿੰਦੂ ਭਰਾ ਇਸ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਅਦੁੱਤੀ ਸ਼ਹਾਦਤ ਨੂੰ ਕਿਸ ਨਜ਼ਰੀਏ ਦੇ ਨਾਲ ਵੇਖਦੇ ਨੇ, ਆਓ ਜਾਣਨ ਦਾ ਯਤਨ ਕਰਦੇ ਹਾਂ। ਸਭ ਤੋਂ ਪਹਿਲਾਂ ਵੀਰ ਗੱਗੀ ਪੰਡਤ ਦਾ ਸਟੂਡੀਓ ਵਿੱਚ ਸਵਾਗਤ ਹੈ। ਵੀਰ ਜੀ, ਬੜੇ ਪਿਆਰ ਦੇ ਨਾਲ ਤੁਹਾਡਾ ਸਵਾਗਤ ਕੀਤਾ ਜਾਂਦਾ ਜੀ। ਧੰਨਵਾਦ ਜੀ, ਬਹੁਤ ਬਹੁਤ। ਗੱਗੀ ਜੀ, ਜਦੋਂ ਗੱਲ ਕਰਦੇ ਹਾਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ, 9ਵੇਂ ਸਤਿਗੁਰੂ ਦੀ, ਤੇ ਸ਼ਹਾਦਤ ਦੀ ਗੱਲ ਚੱਲਦੀ ਹੈ, ਸ਼ਹਾਦਤ ਦੀ ਗੱਲ ਚੱਲਦੀ ਹੈ। ਸ਼ਹਾਦਤ ਦੇ ਨਾਲ ਜਿੱਥੇ ਔਰੰਗਜ਼ੇਬ ਦੀ ਗੱਲ ਹੁੰਦੀ ਹੈ, ਉੱਥੇ ਤਿਲਕ ਜੰਜੂ ਦੀ ਗੱਲ ਵੀ ਚੱਲਦੀ ਹੈ। ਬਿਲਕੁਲ ਜੀ। ਚਾਂਦਨੀ ਚੌਂਕ ਦੀ ਗੱਲ ਚੱਲਦੀ ਹੈ। ਤੇ ਜਿਵੇਂ ਤੁਹਾਡੇ ਵਰਗੇ ਵੀਰ ਨੇ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਅਸੀਂ ਉਸ ਸ਼ਹਾਦਤ ਨੂੰ ਸਦਾ ਹੀ ਸਜਦਾ ਕਰਦੇ ਹਾਂ, ਜਿਸ ਅਸਥਾਨ ਤੇ ਸ਼ਹਾਦਤ ਦਿੱਤੀ ਹੈ ਉਸ ਅਸਥਾਨ ਨੂੰ ਸਜਦਾ ਕਰਦੇ ਹਾਂ। ਬਿਲਕੁਲ ਜੀ। ਪਰ ਜਦੋਂ 84 ਦਾ ਵਕਤ ਆ ਜਾਂਦਾ ਹੈ, ਉਸ ਅਸਥਾਨ ਨੂੰ ਵੀ ਅੱਗ ਲਾ ਦਿੱਤੀ ਜਾਂਦੀ ਹੈ, ਉੱਥੋਂ ਵੀ ਧੂੰਆਂ ਨਿਕਲਦਾ ਹੈ। ਹੁਣ ਮੈਨੂੰ ਸਮਝ ਨਹੀਂ ਆ ਰਹੀ ਉਹ ਕਿਹੜੇ ਹਿੰਦੂ ਭਰਾ ਨੇ ਜਾਂ ਉਹ ਕਿਹੜਾ ਮੈਸੇਜ ਲੈ ਕੇ ਚੱਲੇ ਹੋਏ ਨੇ ਜਿਹੜੇ ਇਸ ਤਰੀਕੇ ਨਾਲ ਇਸ ਤਰ੍ਹਾਂ ਦਾ ਮਾਹੌਲ ਬਣਾ ਰਹੇ ਨੇ। ਕਿਉਂਕਿ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਦੀ ਗੱਲ ਚੱਲਦੀ ਹੈ ਤੇ ਜਲੰਧਰ ਦੀ ਧਰਤੀ ਤੋਂ, ਦੇਖੋ ਮੈਂ ਫਿਰ ਮੀਡੀਆ ਦੇ ਉੱਪਰ ਉਹ ਨਾਮ ਲੈ ਰਿਹਾ ਵਾਂ ਤੇ ਉਹਨਾਂ ਭਰਾਵਾਂ ਨੂੰ ਬੜੀ ਰਿਸਪੈਕਟ ਦੇ ਨਜ਼ਰੀਏ ਨਾਲ ਵੇਖਦਾ ਵਾਂ। ਜਲੰਧਰ ਤੋਂ ਗੌਰੀ ਸ਼ੰਕਰ ਮੰਦਿਰ ਕਮੇਟੀ, ਜਿਨ੍ਹਾਂ ਵੀਰਾਂ ਨੇ ਸਿੱਖ ਤਾਲਮੇਲ ਕਮੇਟੀ ਦੇ ਨਾਲ ਕੰਟੈਕਟ ਕੀਤਾ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਅਸੀਂ ਮਨਾਉਣੀ ਚਾਹੁੰਦੇ ਹਾਂ, ਕਿਉਂਕਿ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਦੇ ਕੇ, ਸ਼ਹਾਦਤ ਆਪਣੀ ਦੇ ਕੇ ਸੱਚੇ ਪਾਤਸ਼ਾਹ ਨੇ ਸਾਡਾ ਧਰਮ ਜਿਹੜਾ ਸੀ ਉਹ ਬਚਾਇਆ। ਇਸੇ ਪ੍ਰਕਾਰ ਗੱਗੀ ਪੰਡਤ ਵੀਰ ਨੂੰ ਪੁੱਛਦੇ ਹਾਂ ਵੀ ਸਾਰੇ ਹਿੰਦੂ ਭਰਾ ਭਾਰਤ ਦੀ ਧਰਤੀ ਤੇ ਰਹਿਣ ਵਾਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਨੂੰ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਵਾਰਸਾਂ ਨੂੰ ਕਿਸ ਨਜ਼ਰੀਏ ਦੇ ਨਾਲ ਵੇਖਦੇ ਨੇ। ਵੀ ਜੀ, ਸਵਾਲ ਮੇਰਾ ਇਹ ਹੈ। ਸਭ ਤੋਂ ਪਹਿਲਾਂ ਜੀ ਮਖੂ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਦੁਬਾਰਾ ਕਿਸੇ ਇੰਟਰਵਿਊ ਦੇ ਵਿੱਚ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਜੀ। ਤੇ ਸਾਡੇ ਈਸਟ ਦੀ ਜਿਹੜੀ ਗੱਲ ਹੈ ਉਹ ਤੁਸੀਂ ਚੈਨਲ ਦੇ ਮਾਧਿਅਮ ਰਾਹੀਂ ਰੱਖੀ ਹੈ ਜੀ। ਠੀਕ ਹੈ। ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਸ਼ਹਾਦਤ ਦੇ ਦਿਨ ਚੱਲ ਰਹੇ ਆ ਜੀ, ਅੱਜ ਦੇ ਆਹ ਜਿਹੜੇ ਘੜੀਆਂ ਤੇ ਦਿਨ ਨੇ, ਇਹ ਦਿਨ ਦੇ ਟਾਈਮ ਦੇ ਵਿੱਚ ਗੁਰੂ ਸਾਹਿਬ ਦਾਸ ਦੇ ਪਿੰਡ ਬਹਾਦਰਗੜ੍ਹ ਸਾਹਿਬ ਪਟਿਆਲਾ ਦੇ ਨਾਲ ਇਹਨਾਂ ਦਿਨਾਂ 'ਚ ਵਿਰਾਜਮਾਨ ਨੇ ਜੀ। ਉਹਨਾਂ ਦੀ ਹਾਜ਼ਰੀ ਹੈ ਜਿਹੜੀ ਹਜ਼ੂਰ ਦੀ, ਉਹ ਸਾਰਾ ਪਿੰਡ ਮੰਨਦਾ। ਇਹ ਅਸੀਂ ਸਵੇਰੇ ਜਿਹੜਾ ਉੱਥੇ ਨਮਸਤਕ ਹੋਣ ਜਾਂਦੇ ਹਾਂ ਤਾਂ ਮਹਿਸੂਸ ਕਰਦੇ ਹਾਂ ਵੀ ਜਿਹੜਾ ਸਾਲ ਦੇ ਵਿੱਚ ਸਾਡੇ ਕੋਲ 3.5 ਮਹੀਨੇ ਦਾ ਚਮਾਸਾ, ਉਹ ਗੁਰੂ ਸਾਹਿਬ ਨਾਲ ਸਾਡਾ ਮੇਲ ਹੈ। ਉਸ ਤੋਂ ਬਾਅਦ ਗੁਰੂ ਸਾਹਿਬ ਦੀ ਜਿਹੜੀ ਡਿਊਟੀ ਆ ਉਹ ਪੂਰੀ
ਇਨਸਾਨੀਅਤ ਲਈ ਹੈ ਜੀ, ਠੀਕ ਹੈ, ਪੂਰੀ ਕਾਇਨਾਤ ਲਈ ਹੈ। ਹਾਂ, ਪਰ ਕਿਉਂਕਿ ਸਾਡੇ ਪਟਿਆਲੇ ਦੀ 3 ਧਰਤੀ ਮਹੀਨੇ ਤੇ ਹਾਂ ਲੰਮਾ ਸਮਾਂ ਪਾਤਸ਼ਾਹ ਸਾਡੇ ਜੀ ਰਹੇ 3 ਨੇ। ਮਹੀਨੇ ਪਰਸਨਲੀ ਸਾਡੇ ਬਹਾਦਰਗੜ੍ਹ 'ਚ ਜੀ ਉੱਪਰ ਕਿਤੇ 15 ਮਿੰਟ ਹੈ, ਪਟਿਆਲੇ 'ਚ ਕਿਤੇ 15 ਮਿੰਟ 20 ਮਿੰਟ ਇੱਕ ਦਿਨ ਜੀ, ਪਰ 3.5 ਮਹੀਨੇ ਦਾ ਜਿਹੜਾ ਲੰਮੇਰਾ ਸਮਾਂ ਹੈ ਉਹ ਸਾਡੀ ਧਰਤੀ ਤੇ ਆ, ਸਾਨੂੰ ਮਾਣ ਹੈ। ਇਹ ਸਾਨੂੰ ਇਹ ਲੱਗਦਾ ਵੀ ਇਹ ਜਿਹੜੇ 3.5 ਮਹੀਨੇ ਆ ਸਾਡੇ ਆਪਣੇ ਪਿਤਾ ਪੁਰਖਿਆਂ ਨਾਲ ਸਾਡਾ ਜਿਹੜਾ ਮੇਲ ਹੈ ਜੀ, ਉਹ ਇਹਨਾਂ ਦਿਨਾਂ 3.5 ਮਹੀਨੇ ਦੇ ਚਮਾਸੇ 'ਚ ਗੁਰੂ ਮਹਾਰਾਜ ਨਾਲ ਹੁੰਦਾ ਹੈ ਜੀ। ਤੇ ਬੜੇ ਜਿਹੜੇ ਵਿਦਵਾਨ ਲੋਕ ਆ, ਕਾਰ ਸੇਵਾ ਵਾਲੇ ਜਿਹੜੇ ਬਜ਼ੁਰਗ ਸੀ, ਮਹਾਂਪੁਰਸ਼ ਸਨ, ਉਹ ਇਹ ਗੱਲ ਮੰਨਦੇ ਵੀ ਸੀ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਇੱਥੇ ਹਾਜ਼ਰੀ ਹੈ ਉਹ ਇਹਨਾਂ ਦਿਨਾਂ ਦੇ ਵਿੱਚ ਅਵਸ਼ ਜਿਹੜੇ ਲੋਕ ਚਾਹਨਾ ਰੱਖਦੇ ਆ ਉਹਨਾਂ ਨੂੰ ਮਿਲਦੀ ਹੈ। ਤੇ ਤੁਸੀਂ ਜਿਹੜੀ ਗੱਲ ਕੀਤੀ ਵੀ ਉਹਨਾਂ ਨੂੰ ਕਿਸ ਨਜ਼ਰੀ ਨਾਲ ਵੇਖਦੇ ਆ, ਸ਼ਹਾਦਤ ਨੂੰ ਕਿਸ ਨਜ਼ਰੀ ਨਾਲ, ਜਾਂ ਉਹਨਾਂ ਦੇ ਵਾਰਸਾਂ ਨੂੰ ਕਿਸ ਨਜ਼ਰੀ ਨਾਲ ਦੇਖਦੇ ਆ। ਪਹਿਲਾਂ ਤਾਂ ਵਾਰਸ ਹੀ ਅਸੀਂ ਆ ਉਹਨਾਂ ਦੇ, ਤੁਸੀਂ ਵਾਰਸ ਉਹਨਾਂ ਦੇ ਬਾਅਦ ਚੋਂ 10ਵੇਂ ਪਾਤਸ਼ਾਹ ਤੋਂ ਬਾਅਦ ਜਦੋਂ ਸਿੱਖ ਧਰਮ ਦੀ ਸਥਾਪਨਾ ਹੋ ਗਈ, ਖਾਲਸਾ ਸਾਜਨਾ ਹੋ ਗਈ, ਤੁਸੀਂ ਵਾਰਸ ਬਣੇ ਉਦੋਂ। ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਵਾਰਸ ਉਦੋਂ ਤੋਂ ਆ ਜਦੋਂ ਉਹ ਸਾਡੇ ਮੁਸੀਬਤ ਦੇ ਸਮੇਂ ਸਾਡੇ ਨਾਲ ਚੱਲ ਕੇ ਇੱਕ ਹਕੂਮਤ ਨਾਲ ਟੱਕਰ ਲੈਣ ਲਈ ਆਪਣੇ ਪਰਿਵਾਰ ਨੂੰ ਲਵਾਰਸ ਛੱਡ ਕੇ ਤੇ ਸਾਡੇ ਨਾਲ ਤੁਰ ਪਏ। ਉਹਨਾਂ ਨੇ ਮਾਨਵਤਾ ਦੀ ਰੱਖਿਆ ਲਈ, ਬ੍ਰਾਹਮਣਾਂ ਦੀ ਰੱਖਿਆ ਲਈ, ਹਿੰਦੂਵਤ ਦੀ ਰੱਖਿਆ ਲਈ, ਠੀਕ ਹੈ, ਆਪਣੇ ਪਰਿਵਾਰ ਨੂੰ ਕਿਤੇ ਨਜ਼ਰਅੰਦਾਜ਼ ਕਰਕੇ। ਇੱਕ ਮੈਂ ਛੋਟੀ ਜਿਹੀ ਗੱਲ ਰੋਕਦਾ ਵਾਂ, ਆਪਾਂ ਬੜੇ ਪਿਆਰ ਦੇ ਨਾਲ ਤੇ ਸਹਿਜ ਦੇ ਨਾਲ ਇਹਨੂੰ ਸਿਖਰ ਤੱਕ ਇੰਟਰਵਿਊ ਨੂੰ ਲੈ ਕੇ ਜਾਵਾਂਗੇ। ਓਕੇ ਜੀ। ਆਪਾਂ ਬਿਨਾਂ ਕਿਸੇ ਵਿਵਾਦ ਦੇ, ਬਿਨਾਂ ਕਿਸੇ ਉੱਚੀ ਬੋਲਣ ਦੇ, ਬਿਨਾਂ ਕਿਸੇ ਝਗੜੇ ਦੇ। ਮੈਂ 2-3 ਗੱਲਾਂ ਤੁਹਾਡੇ ਨਾਲ, ਜਦੋਂ ਤੁਸੀਂ ਫਿਰ ਹਿੰਦੂਤਵਾ ਵਿੱਚ ਵਾੜ ਦਿੰਦੇ ਹੋ, ਫਿਰ ਬ੍ਰਾਹਮਣ ਵਿੱਚ ਵਾੜ ਦਿੰਦੇ ਹੋ, ਫਿਰ ਪੰਡਤ ਵਿੱਚ ਵਾੜ ਦਿੰਦੇ ਹੋ, ਅਸੀਂ ਇਹ ਕਿਉਂ ਨਹੀਂ ਕਹਿੰਦੇ ਵੀ ਇਨਸਾਨੀਅਤ ਦੀ ਖਾਤਰ? ਦੇਖੋ ਮੈਂ ਗੱਲ ਕਹਿਣੀ ਚਾਹਨਾ ਵੀ ਇਨਸਾਨੀਅਤ ਦੀ ਖਾਤਰ, ਪਰ ਤੁਸੀਂ ਫੇਰ ਲਿਆ ਕੇ ਉੱਥੇ ਖਿਲਾਰ ਦੇਣੀ ਵੀ ਉਹ ਹਿੰਦੂਆਂ ਦੀ ਖਾਤਰ ਸ਼ਹਾਦਤ ਹੋ ਗਈ ਨਾ, ਉਹ ਸਾਡੇ ਹੀ ਸੀ, ਸਾਡੇ ਲਈ ਸ਼ਹਾਦਤ ਹੋ ਗਈ। ਸਾਡੇ ਇੱਕ ਤੁਸੀਂ ਸ਼ਬਦ ਤੁਸੀਂ ਤਾਂ ਸਾਡੇ ਤੋਂ ਬਾਅਦ ਆਏ। ਇਹ ਤੁਸੀਂ ਆਹ ਜਿਹੜੀ ਆਪਾਂ ਪਹਿਲਾਂ ਤੇ ਬਾਅਦ ਵਾਲੀ ਗੱਲ ਹੈ ਨਾ, ਇਹ ਕਲੀਅਰ ਕਰ ਦਈਏ ਵੀਰ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਾ ਬਚਨ ਹੈ, ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹ ਜਾਨੀ। ਖਾਲਸਾ ਸ਼ਬਦ ਬੜਾ ਪੁਰਾਣਾ ਸ਼ਬਦ ਆਇਆ, ਨੋ ਡਾਊਟ। ਜੇ ਗੱਲ ਕਰੀਏ ਤੇ ਸਿੱਖੀ ਦੀ ਜਿਹੜੀ ਤੁਸੀਂ ਗੱਲ ਕੀਤੀ ਕਿ ਪਹਿਲਾਂ ਸਾਡੇ ਕੋਲੇ ਹੈ 10ਵੇਂ ਪਾਤਸ਼ਾਹ ਜੀ ਨੇ ਸਥਾਪਨਾ ਕੀਤੀ, ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਇਹ ਗੱਲ ਕਹਿ ਦਿੰਦੇ ਨੇ ਨਾ ਪੰਡਿਤ ਹਰਦਿਆਲ ਨੂੰ ਵੀ ਨਹੀਂ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹਾਈ ਤਾਂ ਪਾਂਡੇ ਕੱਤ। ਜੇ ਆਹ ਜਨੇਊ ਤੇਰੇ ਕੋਲ ਹੈ ਤੇ ਗਲ ਦੇ ਵਿੱਚ ਪਾ ਕੱਤ, ਨਹੀਂ ਤੇ ਮੈਂ ਦੂਜਾ ਜਨੇਊ ਨਹੀਂ ਪਾਉਣਾ। ਤੇ ਉੱਥੇ ਇੱਕ ਸਾਡੀ ਛੋਟੀ ਜਿਹੀ ਇੱਕ ਲੀਕ ਬਣਦੀ ਹੈ। ਦੇਖੋ ਮੈਂ ਫਿਰ ਪੰਥ ਵੱਖਰਾ ਚੱਲ ਜਾਂਦਾ। ਫਿਰ ਆਪਾਂ ਇਹ ਨਾ ਕਹੀਏ ਵੀ 10ਵੇਂ ਪਾਤਸ਼ਾਹ ਨਹੀਂ, ਹਰ ਇੱਕ ਇੱਟ ਜੇ ਨੀਂਹ ਦੇ ਵਿੱਚ ਨਾ ਖੋਬੇ ਤੇ ਅਟਾਰੀ ਦੀ ਇੱਟ ਉੱਪਰ ਨਹੀਂ ਲੱਗਦੀ। ਇਸ ਕਰਕੇ ਕੁਛ ਇੱਟਾਂ ਨੀਂਹ ਦੇ ਵਿੱਚ ਜਾਂਦੀਆਂ ਨੇ, ਕੁਛ ਅੱਗੇ ਲੱਗਦੀਆਂ ਨੇ, ਕੁਛ ਅਟਾਰੀ। ਉਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਵਿੱਚ ਤੇ 10ਵੇਂ ਪਾਤਸ਼ਾਹ ਵਿੱਚ ਕੋਈ ਅੰਤਰ ਨਹੀਂ ਹੈ। ਅੰਤਰ ਨਹੀਂ, 10 ਜੋਤਾਂ 'ਚ ਕੋਈ ਅੰਤਰ ਨਹੀਂ, ਪਰ ਗੱਲ ਇਹ ਤੁਸੀਂ ਆਪਣਾ ਹੱਕ ਜ਼ਿਆਦਾ ਜਿਤਾ ਦਿੰਦੇ ਹੋ ਜੀ, ਠੀਕ ਹੈ, ਪਰ ਜਿੰਨਾ ਪਿਆਰ ਜਿੰਨਾ ਸਤਿਕਾਰ ਸਨਾਤਨ ਦਾ 9ਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਹੈ, ਮੈਨੂੰ ਨਹੀਂ ਲੱਗਦਾ ਵੀ ਸਾਡੀ ਚੀਜ਼ ਸਾਡੇ ਤੋਂ ਖੋਵੋ ਨਾ, ਠੀਕ ਹੈ। ਉਦਾਹਰਨ ਵਜੋਂ ਮੰਗੇ ਇੱਥੇ 2 ਵਿਰਸਿਆਂ 'ਚ ਲਿਆ ਕੇ ਕੁਝ ਸ਼ਰਾਰਤੀ ਤੇ ਕੁਝ ਮੌਕਾ ਪ੍ਰਸਤ ਲੋਕਾਂ ਨੇ ਜਿਹੜਾ ਸਾਨੂੰ ਹਿੰਦੂ ਤੇ ਸਿੱਖਾਂ 'ਚ ਵੰਡਤਾ, ਉਹ ਉੱਥੇ ਲਿਆ ਕੇ ਸਾਡੇ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਉਂਕਿ ਦੇਖੋ ਸ਼ਹਾਦਤ ਜਦੋਂ ਹੁੰਦੀ ਹੈ ਮਹਾਰਾਜ ਦੀ, ਸਾਡੇ ਸਰਤਾਜ ਦੀ ਸ਼ਹਾਦਤ ਹੁੰਦੀ ਹੈ, ਸਾਡੇ ਤਿਲਕ ਜਨੇਊ ਦੇ ਰਾਖੇ ਦੀ ਸ਼ਹਾਦਤ ਹੁੰਦੀ ਹੈ, ਕੌਮ ਨੂੰ ਬਚਾਉਣ ਲਈ ਸ਼ਹਾਦਤ ਹੁੰਦੀ ਹੈ, ਧਰਮ ਦੇ ਪਰਿਵਰਤਨ ਦੇ ਉਲਟ ਸ਼ਹਾਦਤ ਹੁੰਦੀ ਹੈ ਵੀ ਤੁਸੀਂ ਇਸ ਮੁਰਸ਼ਦ ਦੀ ਸ਼ਹਾਦਤ ਲੈ ਲਓ, ਜੇ ਇਹਨੂੰ ਧਰਮ ਪਰਿਵਰਤਨ ਲਈ ਮਨਾ ਲਓਗੇ ਤੇ ਸਾਰੇ ਲੋਕਾਂ ਦਾ ਧਰਮ ਪਰਿਵਰਤਨ ਆਟੋਮੈਟਿਕ ਪੂਰਾ ਭਾਰਤ ਵਰਸ਼ ਜੀ ਮੁਸਲਮਾਨਾਂ 'ਚ ਕਨਵਰਟ ਹੋ ਜਾਏਗਾ। ਉਹਦੇ ਵਿੱਚ ਨਾ ਤਾਂ ਕੋਈ ਸਿੱਖ ਬਚਣਾ ਸੀ, ਜੇ ਕਿਤੇ ਗੁਰੂ ਮਹਾਰਾਜ ਆਵੀਂ ਨੀਵੀਂ ਕਰ ਦਿੰਦੇ, ਨਾ ਤੇ ਕੋਈ ਸਿੱਖ ਬਚਣਾ ਸੀ ਨਾ ਕੋਈ ਹਿੰਦੂ ਬਚਣਾ ਸੀ। ਉੱਥੇ ਉਹ ਪਲੇਟਫਾਰਮ ਤੇ ਆਪਾਂ ਸਾਰੇ ਇੱਕ ਆ। ਜਿਹੜਾ ਸਾਡਾ ਮੁਰਸ਼ਦ ਲੜਨ ਵਾਸਤੇ ਗਿਆ ਉਸ ਸਮੇਂ ਦੀ ਹਕੂਮਤ ਨਾਲ, ਉਹਦਾ ਲੋਹਾ ਕਿੰਨਾ ਕੁ ਮਜ਼ਬੂਤ ਸੀ ਜਿਹਦੇ ਪੂਰੇ ਭਾਰਤ ਵਰਸ਼ ਨੇ ਵਿਸ਼ਵਾਸ ਕੀਤਾ, ਠੀਕ ਹੈ, ਆਪਣੀ ਆਸਥਾ ਜਤਾਈ ਤੇ ਸਾਡੇ ਮੁਰਸ਼ਦ ਨੇ ਜਿਹੜੀ ਜਿੱਤ ਸਾਡੀ ਝੋਲੀ ਪਾਤੀ। ਜਿਹੜੇ ਅੱਜ ਅਸੀਂ ਲੋਕ ਬੈਠੇ ਆ, ਜੇ ਮੈਂ ਕਹਿ ਦੇਣਾ ਮੈਂ ਤਿਲਕ ਲਾ ਕੇ ਬੈਠਾ, ਤੁਸੀਂ ਅੰਮ੍ਰਿਤ ਛਕ ਕੇ ਬੈਠੇ ਹੋ, ਇਹ ਸਾਰੀ ਦੇਣ ਸਾਡੇ ਉਸ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਹੈ ਜੀ। ਜਿਹੜੇ ਲੋਕ ਦੇਖੋ ਮੌਕਾ ਪ੍ਰਸਤ ਹੋਣਗੇ, ਆਸਾਨ ਫਰਮੋਸ਼ ਹੋਣਗੇ, ਉਹ ਇਹਨਾਂ ਗੱਲਾਂ ਨੂੰ ਭੁੱਲ ਸਕਦੇ ਆ। ਬਿਲਕੁਲ, ਤੁਸੀਂ ਬੜੀ ਸੁੰਦਰ ਗੱਲ ਕੀਤੀ ਹੈ। ਅਸੀਂ ਇਹਨੂੰ ਹਿਊਮਨ ਰਾਈਟਸ ਦੀ ਅੱਖ ਦੇ ਨਾਲ ਦੇਖੀਏ, ਧਾਰਮਿਕ ਆਜ਼ਾਦੀ ਦੀ ਅੱਖ ਨਾਲ ਦੇਖੀਏ ਵੀ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ। ਦੋਸਤੋ ਇੱਥੇ ਮੈਂ ਤੁਹਾਡੇ ਨਾਲ ਛੋਟੀ ਜਿਹੀ ਗੱਲ ਦੀ ਸਾਂਝ ਪਾ ਦਿਆਂ ਤਾਂ ਕਿ ਗੱਲ ਅਸੀਂ ਬੜੀ ਬਰੀਕੀ ਨਾਲ ਸਮਝਦੇ ਜਾਈਏ। ਉਹ ਭਾਵੇਂ ਹਿੰਦੂ ਬੱਚਾ ਹੈ, ਭਾਵੇਂ ਸਿੱਖ ਬੱਚਾ ਹੈ, ਕਿਤੇ ਸਾਡੀਆਂ ਵਿਚਾਰਾਂ ਤੋਂ ਗੁੰਮਰਾਹ ਨਾ ਹੋ ਜਾਵੇ ਗੱਲ ਦਾ ਬਰੀਕੀ ਦੇ ਵਿੱਚ ਜਾ ਕੇ।
ਜਦੋਂ ਜ਼ਬਰਨ ਧਰਮ ਪਰਿਵਰਤਨ ਦੀ ਗੱਲ ਚੱਲਦੀ ਹੈ, ਅੱਜ ਵੀ ਜੇ ਜ਼ਬਰੀ ਧਰਮ ਪਰਿਵਰਤਨ ਕਿਸੇ ਦਾ ਕਰਵਾਇਆ ਜਾਵੇ ਤੇ ਕਾਨੂੰਨੀ ਤੌਰ ਤੇ ਬੜਾ ਵੱਡਾ ਅਪਰਾਧ ਮੰਨਿਆ ਜਾਂਦਾ ਹੈ ਕਿ ਜ਼ਬਰਦਸਤੀ ਤੁਸੀਂ ਕਿਸੇ ਦਾ ਧਰਮ ਪਰਿਵਰਤਨ ਕਰਵਾ ਰਹੇ ਹੋ। ਉਸ ਸਮੇਂ ਔਰੰਗਜ਼ੇਬ ਜਬਰੀ ਧਰਮ ਪਰਿਵਰਤਨ ਕਰਵਾ ਰਿਹਾ। ਗੱਲ ਬੜੀ ਸਮਝਣ ਵਾਲੀ ਹੈ। ਤੇ ਧਰਮ ਪਰਿਵਰਤਨ ਕਿੰਨਾ ਲੋਕਾਂ ਦਾ ਹੋ ਰਿਹਾ ਹੈ? ਉਹ ਹਿੰਦੂ ਭਰਾਵਾਂ ਦਾ ਹੋ ਰਿਹਾ। ਉਸ ਤੋਂ ਬਾਅਦ ਵਾਰੀ ਸਿੱਖਾਂ ਦੇ ਵੀ ਆ ਸਕਦੇ, ਨੋ ਡਾਊਟ। ਇਸ ਗੱਲ ਨੂੰ ਆਪਾਂ ਅਗਲੇਰੀ ਵਿਚਾਰ ਦੇ ਵਿੱਚ ਲਵਾਂਗੇ। ਬੜੇ ਵੱਡੇ ਪੱਧਰ ਦਾ ਧਰਮ ਪਰਿਵਰਤਨ ਕਿਹਨਾਂ ਦਾ ਹੋ ਰਿਹਾ ਹੈ? ਹਿੰਦੂ ਭਰਾਵਾਂ ਦਾ ਧਰਮ ਪਰਿਵਰਤਨ ਹੋ ਰਿਹਾ ਹੈ। ਜਬਰੀ ਜੰਜੂ ਉਤਾਰੇ ਜਾ ਰਹੇ ਨੇ। ਮੈਂ ਇੱਥੇ ਇਸ ਤਰੀਕੇ ਨਾਲ ਪੇਸ਼ ਕਰਾਂ ਵੀ ਜੇ ਸਿੱਖ ਦੀ ਦਸਤਾਰ ਉਤਰ ਜਾਂਦੀ ਹੈ ਤੇ ਸਾਡੇ ਵਿੱਚ ਇੱਕ ਰੋਹ ਆਉਂਦਾ ਹੈ ਵੀ ਸਾਡੀ ਪੱਗ ਨਹੀਂ, ਸਾਡੀ ਇੱਜ਼ਤ ਉਤਰ ਗਈ। ਤੇ ਜਦੋਂ ਕੋਈ ਧਰਮ ਕਰਮ ਮੰਨਣ ਵਾਲਾ ਉਹਦਾ ਜੰਜੂ ਉਤਰ ਜਾਂਦਾ ਤੇ ਸ਼ਾਇਦ ਇੰਨਾ ਕੁਝ ਹੀ ਉਹਨੂੰ ਮਹਿਸੂਸ ਹੁੰਦਾ ਹੋਵੇਗਾ ਉਸ ਵਕਤ। ਉਹਦੇ ਦਰਦ ਨੂੰ ਆਪਾਂ ਇਸ ਤਰੀਕੇ ਨਾਲ ਥੋੜ੍ਹਾ ਜਿਹਾ ਸਮਝੀਏ, ਥੋੜ੍ਹਾ ਜਿਹਾ ਨੇੜੇ ਲਾਈਏ। ਜਦੋਂ ਜ਼ਬਰੀ ਧਰਮ ਪਰਿਵਰਤਨ ਹੋ ਰਿਹਾ ਹੈ ਤੇ ਕਸ਼ਮੀਰੀ ਪੰਡਤ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਪੈਂਦੇ ਨੇ, ਆਪਣਾ ਆਗੂ, ਆਪਣਾ ਮੁਰਸ਼ਦ ਮੰਨਦੇ ਨੇ ਵੀ ਤੁਸੀਂ ਸਾਡੇ ਮੁਰਸ਼ਦ ਹੋ, ਤੁਸੀਂ ਸਾਡੀ ਆਵਾਜ਼ ਬਣੋ ਤੇ ਸਾਡਾ ਧਰਮ ਖਤਰੇ ਦੇ ਵਿੱਚ ਹੈ। ਕੀ ਐਸਾ ਹੋਣਾ ਜਾਇਜ਼ ਹੈ? ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਹਰ ਇੱਕ ਨੂੰ ਆਪਣੇ ਧਰਮ ਦੇ ਚਿੰਨ੍ਹ ਪਾਉਣ ਦਾ, ਆਪਣੇ ਤਰੀਕੇ ਨਾਲ ਆਪਣੀ ਇਸ਼ਟ ਦੇਵ ਦੀ ਪੂਜਾ ਕਰਨ ਦਾ ਅਧਿਕਾਰ ਹੈ। ਉਹਦੇ ਵਿੱਚ ਕੋਈ ਰੁਕਾਵਟ ਨਹੀਂ ਪਾ ਸਕਦਾ। ਆਪਣੀ ਗੱਲ ਕਹਿਣ ਦੀ ਧਾਰਮਿਕ ਆਜ਼ਾਦੀ ਵੀ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਧਾਰਮਿਕ ਆਜ਼ਾਦੀ ਦੀ ਖਾਤਰ ਉਸ ਗੱਲ ਨੂੰ ਪ੍ਰਮਾਣ ਕੀਤਾ ਤੇ ਉਹਨਾਂ ਦੀ ਆਵਾਜ਼ ਬਣੇ ਤੇ ਆਵਾਜ਼ ਬਣ ਕੇ ਦਿੱਲੀ ਦੀ ਧਰਤੀ, ਰਸਤੇ ਦੇ ਵਿੱਚ ਬੜੀਆਂ ਥਾਵਾਂ ਨੂੰ ਭਾਗ ਲਾਉਂਦੇ ਹੋਏ ਦਿੱਲੀ ਦੀ ਧਰਤੀ ਤੇ ਆਪਣੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਦਿੱਲੀ ਦੀ ਧਰਤੀ ਤੇ ਸ਼ਹਾਦਤ ਹੋ ਜਾਂਦੀ ਹੈ। ਸ਼ਹਾਦਤ ਹੋਣ ਤੋਂ ਬਾਅਦ ਉਹਨਾਂ ਦੇ ਆਗੂ ਕਿਰਪਾ ਰਾਮ ਸਮਾਂ ਪਾ ਕੇ ਖੰਡੇ ਬਾਟੇ ਦੀ ਪੌੜ ਲੈ ਕੇ ਚਮਕੌਰ ਦੀ ਹਵੇਲੀ ਦੇ ਸ਼ਹੀਦ ਵੀ ਬਣਦੇ ਨੇ। ਮੈਂ ਥੋੜ੍ਹਾ ਜਿਹਾ ਬੇਨਤੀ ਕਰਾਂ, ਪਰ ਮੇਰਾ ਮੰਨਣਾ ਇਹ ਹੈ ਵੀ ਉਸ ਵਕਤ ਦੀ ਸ਼ਹਾਦਤ ਨੂੰ ਜੇ ਕੱਲਾ ਤਿਲਕ ਤੇ ਜੰਜੂ ਨਾਲ ਹੀ ਜੋੜ ਲਿਆ ਜਾਵੇ ਤੇ ਐਸਾ ਵੀ ਨਹੀਂ। ਉਹਦੇ ਵਿੱਚ ਬੜਾ ਕੁਝ ਧਾਰਮਿਕ ਆਜ਼ਾਦੀ ਸ਼ਬਦ ਆ ਜਾਂਦਾ ਹੈ। ਧਾਰਮਿਕ ਤੌਰ ਤੇ ਆਜ਼ਾਦੀ, ਕੱਲਾ ਤਿਲਕ ਤੇ ਜੰਜੂ ਨਹੀਂ, ਆਪਣੀ ਗੱਲ ਕਹਿਣੀ, ਆਪਣੀ ਗੱਲ ਰੱਖਣੀ, ਆਪਣੀ ਗੱਲ ਮਨਵਾਉਣੀ, ਆਪਣੇ ਇਸ਼ਟ ਦੇਵ ਨੂੰ ਆਪਣੇ ਢੰਗ ਨਾਲ ਪੂਜਣਾ, ਮੰਨਣਾ, ਬੜੀਆਂ ਗੱਲਾਂ ਵਿੱਚ ਆ ਜਾਂਦੀਆਂ ਨੇ। ਉਹਦੇ ਚ ਮਖੂ ਸਾਹਿਬ ਇੱਕ ਹੋਰ ਹੈ, ਜਿਹੜੇ ਕਿਰਪਾ ਰਾਮ ਜੀ ਸੀ ਜੀ, ਉਹ ਉਸ ਸਮੇਂ ਦੇ ਹਿੰਦੂ ਤਖਤ ਦੇ ਸਾਡੇ ਜੀ ਸਨਾਤਨ ਦੇ ਪੂਰੇ ਭਾਰਤ ਦੇ ਨਿਆਇਧੀਸ਼ ਸੀ। ਅੱਛਾ, ਕਿਰਪਾ ਰਾਮ, ਪੰਡਤ ਕਿਰਪਾ ਰਾਮ ਜੀ ਉਸ ਸਮੇਂ ਦੇ ਅਮਰਨਾਥ ਦੇ ਸਾਡੇ ਨਿਆਇਧੀਸ਼ ਸੀ। ਸਾਰਾ ਭਾਰਤ ਵਰਸ਼ ਉਹਨਾਂ ਦੀ ਕਮਾਂਡ ਹੇਠ ਇਕੱਠਾ ਹੋ ਕੇ ਗੁਰੂ ਸਾਹਿਬ ਦੀ ਸ਼ਰਨ ਚ ਗਿਆ ਸੀ। ਉਹ ਅਸਤਰ ਤੇ ਸ਼ਸਤਰ ਤੋਂ ਪੂਰੇ ਨਿਪੁੰਨ ਸੀ ਕਿਰਪਾ ਰਾਮ ਜੀ। ਉਹ ਸ਼ੰਕਰਾਚਾਰੀਆ ਜੀ ਦੀ ਜੋਤ ਸੀ ਜੀ। ਉਹ ਉੱਥੇ ਉਹਨਾਂ ਨੂੰ ਜਿਹੜੇ ਸਾਡੇ ਹਿੰਦੂ ਤਖਤ ਦੇ ਮੁਖੀ ਸੀ, ਉਹਨਾਂ ਦੀ ਕਮਾਂਡ ਦੇ ਵਿੱਚ ਹੋ ਕੇ ਇੱਕ ਹਿੰਦੂ ਸਮਾਜ ਇਕੱਠਾ ਹੋ ਕੇ, ਸਾਰੇ ਵਿਦਵਾਨ ਲੋਕ ਇਕੱਠੇ ਹੋ ਕੇ ਉੱਥੇ ਗਏ ਸੀ। ਤੁਸੀਂ ਇਹ ਦੇਖੋ, ਜੇ ਆਪਾਂ ਅੱਜ ਦੋ ਭਾਗਾਂ ਦੇ ਵਿੱਚ ਵੰਡ ਲੈਂਦੇ ਹਾਂ ਹਿੰਦੂ ਸਿੱਖਾਂ ਨੂੰ, ਉਹ ਗਲਤ ਗੱਲ ਆ। ਸਮੇਂ-ਸਮੇਂ ਤੇ ਵੰਡਦੇ ਰਹੇ। ਮੁੜ ਕੇ ਕਿਰਪਾ ਰਾਮ ਜੀ ਆਪਣੀ ਗੱਦੀ ਤੇ ਜਾ ਕੇ ਵਿਰਾਜਮਾਨ ਹੀ ਨਹੀਂ ਹੋਏ। ਕਿਰਪਾ ਰਾਮ ਜੀ ਅਨੰਦਪੁਰ ਸਾਹਿਬ ਹੀ ਰਹਿ ਗਏ। ਕਿਰਪਾ ਰਾਮ ਜੀ ਦੀ ਸ਼ਹਾਦਤ ਇੱਥੇ ਹੋ ਗਈ ਪੰਜਾਬ 'ਚ। ਉਹਨਾਂ ਨੇ ਮੁੜ ਕੇ ਉਧਰਲੇ ਪਾਸੇ ਨੂੰ ਮੂੰਹ ਹੀ ਨਹੀਂ ਕੀਤਾ ਜੀ। ਉਹਨਾਂ ਨੇ ਇੱਥੇ ਹੀ, ਜਿੱਥੇ ਗੁਰੂ ਸਾਹਿਬ ਨੇ ਜਿਹੜੀ ਲਾਈਨ ਤੋਰਤੀ, ਗੁਰੂ ਸਾਹਿਬ ਉੱਥੇ ਸ਼ਹੀਦ ਹੋ ਗਏ, ਉਹ ਇੱਥੇ ਸ਼ਹੀਦ ਹੋ ਗਏ। ਉਹਨਾਂ ਦੇ ਨਾਲ ਜਦੋਂ ਤੁਸੀਂ ਪਿੱਛੇ ਗੱਲ ਕਰ ਰਹੇ ਸੀ ਵੀ ਮੈਂ ਇਹਨਾਂ ਨੂੰ ਪੁੱਛੂੰਗਾ ਵੀ ਇਹ ਇਹਨਾਂ ਨੂੰ ਵਿਰਾਸਤ 'ਚ ਮਿਲਿਆ ਮੇਰੇ ਪਰਿਵਾਰ ਨੂੰ, ਵੀ ਜਿਹੜਾ ਗੁਰੂ ਸਾਹਿਬ ਨੂੰ ਅਸੀਂ ਮੰਨਦੇ ਹਾਂ, ਮੈਂ ਉਹ ਗੱਲ ਵੀ ਤੁਹਾਡੀ ਉੱਥੇ ਲੈ ਕੇ ਆਉਣਾ। ਅਸੀਂ ਲੋਕ ਪਾਕਿਸਤਾਨ ਨੂੰ ਬਿਲੋਂਗ ਕਰਦੇ ਸੀ। 1947 'ਚ ਜਦੋਂ ਉਜਾੜਾ ਹੋਇਆ, ਅਸੀਂ ਸਾਰੇ ਉਧਰੋਂ ਸ਼ੇਖੂਪੁਰ ਜ਼ਿਲ੍ਹੇ ਤੋਂ ਇੱਥੇ ਆਏ, ਪਟਿਆਲੇ ਆ ਕੇ ਵਸੇ ਪਾਕਿਸਤਾਨ ਸ਼ੇਖੂਪੁਰ ਤੋਂ। ਜਿਹੜੇ ਸਾਡੇ ਵਡੇਰੇ ਸੀ ਉਹ ਭਾਈ ਮਤੀ ਦਾਸ, ਭਾਈ ਸਤੀ ਦਾਸ, ਉਹਨਾਂ ਨਾਲ ਪਿਛੋਕੜ ਤੋਂ, ਲਾਹੌਰ ਤੋਂ ਸੰਬੰਧਿਤ ਸਨ ਸਾਰੇ ਲੋਕ। ਸਾਡੇ ਦਾਦੇ ਪੜਦਾਦਿਆਂ ਤੋਂ ਇਸ ਧਰਮ ਨਾਲ ਜਿਹੜੀ ਲਾਈਨ ਜੁੜੀ ਹੋਈ ਸੀ। ਸਾਡੇ ਘਰ ਕੋਈ ਮਰ ਜਾਂਦਾ ਸੀ, ਕੋਈ ਜੰਮ ਜਾਂਦਾ ਸੀ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ। ਅੱਛਾ, ਠੀਕ ਹੈ। ਅੱਜ ਵੀ ਹੁੰਦਾ ਹੈ। ਜਦੋਂ ਅਸੀਂ ਕੋਈ ਭੋਗ ਪਾਉਂਦੇ ਹਾਂ ਜਾਂ ਕੋਈ ਵਿਆਹ ਕਰਦੇ ਹਾਂ, ਕੋਈ ਗੱਲਬਾਤ ਕਰਦੇ ਹਾਂ, ਤੇ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈਂਦੇ ਹਾਂ। ਠੀਕ ਹੈ। ਸਾਲ ਦੇ ਵਿੱਚ ਅਸੀਂ 2 ਅਖੰਡ ਪਾਠ ਸਾਹਿਬ ਜਿਹੜੇ ਰਖਾਉਂਦੇ ਹਾਂ 9ਵੀਂ ਪਾਤਸ਼ਾਹੀ ਦੇ। ਭਾਈ ਮਤੀ ਦਾਸ, ਭਾਈ ਸਤੀ ਦਾਸ ਜੀ ਉਹਨਾਂ ਦੀ ਸ਼ਹਾਦਤ ਤੇ ਬਹਾਦਰਗੜ੍ਹ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ 'ਚ ਅਖੰਡ ਪਾਠ ਸਾਹਿਬ ਰਖਾਉਂਦੇ ਹਾਂ, ਉਹ ਵੀ ਅਸੀਂ ਉੱਥੇ ਰਖਾਉਂਦੇ ਹਾਂ, ਹੈ ਨਾ। ਅੱਛਾ, ਬਹਾਦਰਗੜ੍ਹ ਗੁਰੂ ਘਰ ਦੇ ਵਿੱਚ? ਹਾਂ, ਗੁਰੂ ਘਰ ਦੇ ਵਿੱਚ ਰਸੀਦ ਕਟਾ ਕੇ ਜਿਹੜਾ ਅਖੰਡ ਪਾਠ ਸਾਹਿਬ ਦਾ ਆਯੋਜਨ ਹੈ ਉਹ ਕਰਾਈਦਾ ਤੇ ਪ੍ਰਮਾਤਮਾ ਅੱਗੇ ਦੁਆ ਕਰੀਦੀ ਆ ਵੀ ਇਹ ਕੌਮ ਦੇ ਵਿੱਚ ਅਜਿਹੇ ਯੋਧੇ ਆ ਜਿਹੜੇ ਉਹ ਪੈਦਾ ਹੁੰਦੇ ਰਹਿਣ ਤੇ ਉਹ ਜਿਹੜੇ ਆ ਅਮਰ, ਉਹਨਾਂ ਦਾ ਨਾਮ ਰਹਿੰਦੀ ਦੁਨੀਆ ਤੱਕ ਅਮਰ ਰਹੇ, ਤਾਂ ਕਿ ਜਿਹੜਾ ਦੋਆਂ ਵਾਲਾ ਪਾੜ ਹੈ ਨਾ, ਇਹ ਕਿਤੇ ਨਾ ਕਿਤੇ ਘਟੇ। ਲੋਕਾਂ ਨੇ ਗੱਲ ਬੜੀ ਸਪਸ਼ਟ ਤੌਰ ਤੇ ਸਮਝ ਆਉਣੀ ਚਾਹੀਦੀ ਹੈ ਵੀ ਅਸੀਂ ਦੋ ਨਹੀਂ, ਇਹ ਮੌਕਾ ਪ੍ਰਸਤ ਲੋਕਾਂ ਨੇ ਦੋ ਕੀਤੇ ਹੋਏ ਆ। ਕਿਤੇ ਧਰਮ ਨੂੰ ਦੱਸਣ ਦਾ ਸਹੀ ਵੀ ਦੋ ਹੈ ਕਿੱਥੇ। ਜੇ ਦੋ ਹੁੰਦੇ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਾਣ ਦੀ ਲੋੜ ਕੀ ਸੀ? ਨਹੀਂ, ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਜਾਣਾ ਨੂੰ ਆਪਾਂ ਸ਼ਹਾਦਤ ਨੂੰ ਖੇਮੇ 'ਚ ਨਾ ਸੱਟੀਏ। ਮੇਰੀ ਬੇਨਤੀ ਹੈ, ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਨੂੰ ਅਸੀਂ ਮਾਨਵਤਾ ਦੀ
ਆਜ਼ਾਦੀ ਦੀ ਲੜਾਈ ਸੀ, ਮਾਨਵਤਾ ਦੀ ਆਜ਼ਾਦੀ ਦੀ ਲੜਾਈ ਸੀ, ਧਾਰਮਿਕ ਆਜ਼ਾਦੀ ਦੀ ਜਿਹੜੀ ਇਹ ਇੱਕ ਲੜਾਈ ਹੈ, ਬਿਲਕੁਲ ਉਹਨਾਂ ਦੇ ਅਦੁੱਤੀ ਸ਼ਹੀਦ ਮੰਨੀਏ ਆਪਾਂ, ਹਨਾ। ਤਾਂ ਹੀ ਸ਼ਹੀਦਾਂ ਦੇ ਸਰਤਾਜ ਕਹਿ ਕੇ ਉਹਨਾਂ ਨੂੰ ਸੰਬੋਧਨ ਕਰਿਆ ਜਾਂਦਾ। ਦੁਨੀਆ ਦੇ ਧਰਮਾਂ ਨੂੰ ਤੁਸੀਂ ਪੜ੍ਹ ਕੇ ਦੇਖੋ, ਆਪਣੇ ਧਰਮ ਦੀ ਖਾਤਰ, ਆਪਣੇ ਮਜ਼ਹਬ ਦੀ ਖਾਤਰ ਦੁਨੀਆ ਕੁਰਬਾਨ ਹੋਈ ਏ, ਤੇ ਇੱਕ ਧਰਮ ਨੂੰ ਖਤਰੇ ਵਿੱਚ ਪਿਆ ਤੇ ਸੱਚੇ ਪਾਤਸ਼ਾਹ ਜੀ ਦਾ ਸ਼ਹੀਦ ਹੋ ਜਾਣਾ, ਇੱਥੋਂ ਆਪਾਂ ਬੜੇ ਵੱਡੇ ਵੱਡੇ ਅੰਦਾਜ਼ੇ ਲਾ ਸਕਦੇ ਹਾਂ। ਚਲੋ ਖੈਰ, ਆਪਾਂ ਥੋੜੀ ਜੀ ਅਗੇਤਰ ਚੱਲਦੇ ਆ। ਮੇਰਾ ਮੰਨਣਾ ਇਹ ਹੈ ਵੀ ਬਾਕੀ ਜਿਹੜੇ ਹਿੰਦੂ ਭਰਾ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਨੇ, ਕਿ ਉਹਨਾਂ ਨੂੰ ਇਸ ਗੱਲ ਦੀ ਸਮਝ ਹੈ? ਦੇਖੋ, ਜਿਹੜਾ ਵੀ ਸਨਾਤਨੀ ਜਾਂ ਹਿੰਦੂ ਹੈ, ਜਿਹੜਾ ਹਿੰਦੂ ਤਖਤ ਨੂੰ ਮੰਨਦਾ ਹੈ, ਜਿਹਨੂੰ ਆਪਣੇ ਆਦਿ ਸ਼ੰਕਰਾਚਾਰੀਆ ਦੇ ਬਾਰੇ ਨੌਲੇਜ ਹੈ, 4 ਸ਼ੰਕਰਾਚਾਰੀਆਂ ਦੀ ਇੱਜ਼ਤ ਕਰਦਾ ਹੈ, ਉਹ ਬੰਦਾ ਗੁਰੂ ਤੇਗ ਬਹਾਦਰ ਸਾਹਿਬ ਦੀ ਉਨੀ ਹੀ ਇੱਜ਼ਤ ਕਰਦਾ, ਉਨਾ ਹੀ ਸਤਿਕਾਰ ਦਿੰਦਾ, ਉਨਾ ਹੀ ਮਾਣ ਹੈ। ਉਸ ਨਜ਼ਰੀ ਨਾਲ ਦੇਖਦਾ ਜਿਹੜਾ ਸ਼੍ਰੀ ਵਿਸ਼ਨੂੰ ਨੂੰ ਦੇਖਦਾ ਹੋਏਗਾ, ਭੋਲੇਨਾਥ ਨੂੰ ਦੇਖਦਾ ਹੋਏਗਾ। ਜੇ ਉਹ ਆਪਣੇ ਪੂਜਾ ਪਾਠ ਆਪਣੇ ਇਸ਼ਟ ਨੂੰ ਮੰਨਦਾ ਹੈ, ਉਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣਾ ਇਸ਼ਟ ਮੰਨਦਾ ਹੈ, ਕਿਉਂਕਿ ਉਦੋਂ ਸ਼੍ਰੀ ਹਰੀ ਤਾਂ ਆਏ ਨਹੀਂ, ਠੀਕ ਹੈ। ਸ਼੍ਰੀ ਹਰੀ ਦੇ ਰੂਪ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਡੀ ਰੱਖਿਆ ਕੀਤੀ ਹੈ, ਤੇ ਉਹਨਾਂ ਕਿਸੇ ਨੇ ਦੇਖਿਆ ਨਹੀਂ ਵਿਸ਼ਨੂੰ ਭਗਵਾਨ ਨੂੰ, ਠੀਕ ਹੈ। ਕਿਸੇ ਨੇ ਸ਼ਿਵਜੀ ਮਹਾਰਾਜ ਨੂੰ ਦੇਖਿਆ ਨਹੀਂ, ਉਹਨਾਂ ਨੂੰ ਇਨਸਾਨੀ ਜਾਮੇ ਦੇ ਵਿੱਚ ਸਾਰਿਆਂ ਨੇ ਸ਼੍ਰੀ ਹਰੀ ਰੂਪ ਮੰਨ ਕੇ, ਮੈਂ ਅੱਜ ਵੀ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਬਿਲਕੁਲ ਸਪਸ਼ਟ ਕਰਦਾ, ਮੈਂ ਸਰਵੋਪਰੀ ਮੰਦਰ ਪ੍ਰਬੰਧਕ ਕਮੇਟੀ ਪ੍ਰਧਾਨ ਹੋਣ ਦੇ ਨਾਤੇ ਸਟੇਟ ਦਾ, ਮੈਂ ਇਹ ਜਿਹੜਾ ਪ੍ਰੋਗਰਾਮ ਆ ਪੂਰੀ ਸਟੇਟ ਦੇ ਵਿੱਚ ਐਤਕੀ, ਪਹਿਲਾਂ ਮੈਂ ਪਟਿਆਲੇ 'ਚ ਮਨਾਉਂਦਾ ਸੀ, ਠੀਕ ਹੈ, ਗੁਰੂ ਸਾਹਿਬ ਦੀ ਸ਼ਹਾਦਤ ਆਪਣੇ ਪਰਿਵਾਰ 'ਚ ਮਨਾਉਂਦਾ ਸੀ, ਆਪਣੇ ਜਿਹੜੇ ਇੱਥੇ ਬ੍ਰਾਹਮਣ ਸਭਾਵਾਂ ਨੇ ਸਾਡੀਆਂ, ਉਹਨਾਂ ਨੂੰ ਇਕੱਠੀਆਂ ਕਰਕੇ ਪਟਿਆਲੇ 'ਚ ਮਨਾਉਂਦਾ ਸੀ, ਠੀਕ ਹੈ। ਹੁਣ ਐਤਕੀ ਜਿਹੜਾ ਪ੍ਰੋਗਰਾਮ ਹੈ, ਮੇਰਾ ਪਹਿਲਾ ਸਾਲ ਹੈ ਜੀ, ਮੈਨੂੰ 7-8 ਮਹੀਨੇ ਹੋਇਆ ਪ੍ਰਧਾਨ ਬਣੇ ਨੂੰ, ਪਹਿਲਾ ਸ਼ਹੀਦੀ ਪੁਰਬ ਮੇਰੇ ਕੋਲ ਆ ਰਹੇ ਆ, ਠੀਕ ਹੈ। ਇੱਕ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲ ਆ ਰਹੇ ਆ, ਠੀਕ ਹੈ। ਦੋਨੇ ਪਰਵ ਹੈ ਜਿਹੜੇ, ਮੈਂ ਤੁਹਾਡੇ ਨਾਲ ਵਾਅਦਾ ਕਰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ, ਹਰੇਕ ਜ਼ਿਲ੍ਹੇ 'ਚ ਅਸੀਂ ਵੱਧ ਚੜ੍ਹ ਕੇ ਮਨਾਉਣੇ ਆ ਇਹ, ਕਿਉਂਕਿ ਤਾਂ ਕਿ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਵੀ ਸਾਡੇ ਲਈ ਗੁਰੂ ਮਹਾਰਾਜ ਨੇ ਕੀਤਾ ਕੀ ਹੈ ਜੀ, ਠੀਕ ਹੈ ਨਾ। ਸਾਡੇ ਤਾਂ ਕੀ, ਮੈਂ ਕਈ ਬੱਚਿਆਂ ਦਾ ਮੈਂ ਕਹਿਣਾ ਨਹੀਂ ਚਾਹੁੰਦਾ ਜਿਨ੍ਹਾਂ ਨੂੰ ਆਪਣੇ ਪਿਛੋਕੜ ਬਾਰੇ, ਆਪਣੇ ਧਰਮ ਬਾਰੇ, ਆਪਣੇ ਸਿਸਟਮ ਬਾਰੇ ਗਿਆਨ ਹੀ ਨਹੀਂ ਜੀ। ਲੋਕੀ ਮੋਬਾਈਲ ਦੇ ਕੈਦ ਹੋ ਕੇ ਰਹਿ ਗਏ, ਮੋਬਾਈਲ ਤੱਕ ਸਾਡੀ ਜਵਾਨੀ ਰਹਿ ਗਈ, ਮੋਬਾਈਲ ਤੱਕ ਸਾਡੀ ਨੌਲੇਜ ਰਹਿ ਗਈ। ਸਾਡੀ ਜਿਹੜੀ ਰਿਲੀਜਨ ਹੈ, ਜਦੋਂ ਤੱਕ ਅਸੀਂ ਬੱਚਿਆਂ ਨੂੰ ਉਹਨੂੰ ਪ੍ਰੈਕਟੀਕਲ ਕਰਕੇ ਨਹੀਂ ਦਿਖਾਉਂਦੇ, ਨਹੀਂ ਦੱਸਦੇ, ਉਹਨਾਂ ਚਿਰ ਵਿਰਸੇ ਦਾ ਪਤਾ ਨਹੀਂ ਲੱਗਣਾ ਜੀ। ਇੱਕ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਅੱਗੇ ਤੋਂ ਵੀ ਮਨਾਉਂਦੇ ਆਏ ਹੋ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ, ਇੱਕ ਦੋ ਥਾਵਾਂ ਤੇ ਮੈਂ ਖੁਦ ਵੇਖਿਆ ਹਿੰਦੂ ਭਰਾਵਾਂ ਨੇ, ਮੰਦਰ ਕਮੇਟੀਆਂ ਨੇ ਇਸ ਪੁਰਬ ਨੂੰ ਮਨਾਇਆ। ਔਰ ਦਰਸ਼ਕੋ, ਮੈਂ ਲੰਮੇ ਸਮੇਂ ਤੋਂ ਗੱਲ ਕਹੀ ਨਾ ਉਹਨਾਂ ਸਾਂ ਵੀ ਜੇ ਸੱਚਮੁੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਹੋਈ ਹੈ, ਤੇ ਮੇਰੇ ਖਿਆਲ ਦੇ ਵਿੱਚ ਉਹ ਸ਼ਹੀਦੀ ਪੁਰਬ ਗੁਰਦੁਆਰਿਆਂ ਵਿੱਚ ਘੱਟ ਤੇ ਮੰਦਰਾਂ ਦੇ ਵਿੱਚ ਇਸ ਪੱਧਰ ਦੇ ਉੱਪਰ ਮਨਾਉਣਾ ਚਾਹੀਦਾ, ਤਾਂ ਕਿ ਬੱਚੇ ਨੂੰ ਪਤਾ ਲੱਗੇ ਵੀ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਜਿਹੜੀ ਹੈ ਉਹ ਹਿਊਮਨ ਰਾਈਟਸ ਦੀ ਅੱਖ ਨਾਲ ਵੇਖੀ ਜਾਵੇ, ਮਾਨਵ ਅਧਿਕਾਰਾਂ, ਧਾਰਮਿਕ ਅਧਿਕਾਰਾਂ ਦੀ ਖਾਤਰ ਵੇਖੀ ਜਾਵੇ, ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਦੇ ਵਿੱਚੋਂ ਇੱਕ ਐਸਾ ਨਿਵੇਕਲਾ ਮੈਸੇਜ, ਨਿਵੇਕਲਾ ਸੁਨੇਹਾ ਲੈ ਕੇ ਆਪੋ ਆਪਣੇ ਘਰਾਂ ਨੂੰ ਜਾਈਏ। ਪਰ ਮੈਂ ਕਈ ਵਾਰੀ ਵੇਖਦਾ ਵੀ ਸਾਡੇ ਯੂਥ ਨੂੰ ਇਹਨਾਂ ਗੱਲਾਂ ਬਾਰੇ ਨਹੀਂ ਪਤਾ ਲੱਗਦਾ। ਅੱਜ ਆਪਾਂ ਵੀਰ ਗੱਗੀ ਪੰਡਤ ਦੇ ਨਾਲ ਕੁਝ ਗੱਲਾਂ ਦੇ ਉੱਪਰ ਸਾਂਝ ਪਾ ਰਹੇ ਹਾਂ। ਪਿਛਲੇ ਸਮੇਂ ਦੇ ਵਿੱਚ ਇੱਕ ਰਿਣ ਉਤਾਰ ਯਾਤਰਾ ਵੀ ਕੱਢੀ ਗਈ ਸੀ, ਉਹਦਾ ਮੇਨ ਪਰਪਸ ਕੀ ਸੀ? ਕਿਉਂਕਿ ਰਿਣ ਦੇ ਅਰਥ ਹੁੰਦੇ ਨੇ ਕਰਜ਼ਾ ਵਾਲਾ, ਰਿਣੀ ਆਪਾਂ ਕਹਿ ਦਿੰਦੇ ਮੈਂ ਤੁਹਾਡਾ ਰਿਣੀ ਆ ਜੀ, ਰਿਣੀ ਦੇ ਅਰਥ ਹੁੰਦੇ ਮੈਂ ਤੁਹਾਡਾ ਕਰਜ਼ਾਈ ਆ ਜੀ। ਉਹ ਰਿਣ ਉਤਾਰ ਯਾਤਰਾ, ਉਹਦਾ ਕੀ ਪਰਪਸ ਕੀ ਸੀ ਭਾਜੀ? ਉਹ ਵੇਖੋ ਵੱਖਰੀ ਜਥੇਬੰਦੀ ਵੱਲੋਂ ਕੱਢੀ ਗਈ ਸੀ, ਠੀਕ ਹੈ, ਉਹਨਾਂ ਨੇ ਕੱਢੀ ਸੀ। ਮੈਂ ਇਹ ਗੱਲ ਮੰਨਣ ਨੂੰ ਤਿਆਰ ਨਹੀਂ, ਦੇਖੋ ਉਹਨਾਂ ਨੇ ਕੱਢੀ, ਮੈਂ ਉਹਨਾਂ ਦਾ ਧੰਨਵਾਦੀ ਹਾਂ, ਵਧੀਆ ਕੰਮ ਕੀਤਾ। ਪਰ ਤੁਸੀਂ ਕਿਸੇ ਦਾ ਰਿਣ ਕਿਵੇਂ ਲਾਹ ਸਕਦੇ ਹੋ? ਚਾਹੇ ਪੀੜ੍ਹੀਆਂ ਗੁਜ਼ਰ ਜਾਣ, ਜਿਹਨੇ ਤੁਹਾਨੂੰ ਨਾਂ ਦੇਤਾ। ਗ੍ਰੰਥ ਕਹਿੰਦੇ ਆ ਮਾਤਾ ਗੰਗ ਪਿਤਾ ਕਰਤਾਰ ਜਿਸਨੇ ਦਿਖਾਇਆ ਇਹ ਸੰਸਾਰ, ਠੀਕ ਹੈ। ਅਸੀਂ ਰਿਣ ਕਿਵੇਂ ਲਾ ਸਕਦੇ ਹਾਂ? ਰਿਣ ਨਹੀਂ ਉਤਰ ਸਕਦਾ। ਚਲੋ ਉਹਨਾਂ ਨੇ ਯਾਤਰਾ ਕੱਢੀ, ਭਰਾਵਾਂ ਨੇ ਬੜੇ ਧੰਨਵਾਦ ਆ ਉਹਨਾਂ ਦਾ, ਕੱਢਣੀ ਚਾਹੀਦੀ ਸੀ। ਪਰ ਪਬਲਿਕਸਿਟੀ ਲਈ ਇਹ ਕੰਮ ਕੀਤੇ ਜਾਂਦੇ ਆ। ਜੇ ਰਿਣ ਲਾਣਾ ਹੈ, ਉਸ ਦਾਤੇ ਦਾ ਕੰਮ ਕਰਨਾ ਹੈ, ਉਹਦੇ ਦਰਸਾਏ ਮਾਰਗ ਤੇ, ਠੀਕ ਹੈ, ਉਹਦੇ ਸ਼ਹੀਦੀ ਪੁਰਬ ਤੇ, ਉਹਦੇ ਜਨਮ ਦਿਨ ਤੇ ਤੁਸੀਂ ਕੁਛ ਨਾ ਕੁਛ ਜਿਹੜਾ ਯੋਗਦਾਨ ਆਪਣੇ ਦਸਵੰਧ 'ਚੋਂ ਪਾ ਸਕਦੇ ਹੋ, ਉਹ ਬਣਾ ਸਕਦੇ ਹੋ, ਪਬਲਿਕ ਨੂੰ ਦੱਸ ਸਕਦੇ ਹੋ, ਹੋਰ ਲੋਕਾਂ ਨੂੰ ਉਸ ਰਾਹ ਤੇ ਤੋਰ ਸਕਦੇ ਹੋ, ਠੀਕ ਹੈ। ਉਹ ਰਿਣ ਹੈ ਲਾਉਣ ਵਾਲੀ ਗੱਲ। ਤੇ ਮੈਨੂੰ ਨਹੀਂ ਲੱਗਦਾ ਵੀ ਜਿਉਂਦਿਆਂ ਜਿੰਨੀ ਸਵਾਸਾਂ ਦੀ ਪੂੰਜੀ ਮਹਾਰਾਜ ਨੇ ਸਾਨੂੰ ਦਿੱਤੀ ਹੈ, ਉਹਦੇ ਨਾਲ ਰਿਣ ਲਾਇਆ ਜਾ ਸਕਦਾ ਜੀ। ਮੈਂ ਨਹੀਂ ਮੰਨਦਾ ਵੀ ਜਿਉਂਦਿਆਂ ਜਾਂ ਜਦ ਤੱਕ ਸਾਡੀ ਖਾਨਦਾਨ ਦੀ ਪੀੜ੍ਹੀ ਚੱਲਣੀ ਹੈ ਵੀ ਅਸੀਂ ਬ੍ਰਾਹਮਣ ਲੋਕ ਗੁਰੂ ਤੇਗ ਬਹਾਦਰ ਸਾਹਿਬ ਦਾ ਰਿਣ ਲਾ ਸਕਦੇ ਹਾਂ ਜੀ। ਇਹ ਤਾਂ ਤੁਹਾਡੀ ਸੋਚ ਹੈ, ਜਿਵੇਂ ਤੁਸੀਂ ਵੀਰੋ ਤੁਹਾਡੀ ਸੋਚ ਹੈ, ਤੁਸੀਂ ਆਪਣੀ ਪੋਜ਼ਿਟਿਵ ਸੋਚ ਸਮਾਜ ਦੇ ਅੱਗੇ ਰੱਖ ਦਿੱਤੀ, ਆਪਣੀ ਸੋਚ ਦੇ ਦਿੱਤੀ ਵੀ ਆਹ ਮੈਂ ਸ਼ਹੀਦੀ ਦਿਨ ਮਨਾਉਣਾ ਵਾ। ਪਰ ਮੇਰੇ ਮਨ ਦੇ ਵਿੱਚ ਖਿਆਲ ਆਉਂਦਾ, ਹੁਣ ਮੈਂ ਇੱਕ ਤੁਹਾਡਾ ਵਿਚਾਰ ਦੇਖ ਲੈਣਾ ਵਾ, ਮੈਂ ਕਹਿੰਦਾ ਵੀ ਯਾਰ
ਉਹਨਾਂ ਨੇ ਸਾਡੇ ਸਟੂਡੀਓ ਵਿੱਚ ਆ ਕੇ ਗੱਲਾਂ ਬਾਤਾਂ ਕੀਤੀਆਂ ਨੇ। ਸੈਕਿੰਡ ਨੰਬਰ ਦੇ ਉੱਪਰ ਜਦੋਂ ਦਿੱਲੀ ਦੇ ਵਿੱਚ ਸਿੱਖ ਨਸਲਕੁਸ਼ੀ ਹੁੰਦੀ ਹੈ, ਦਿੱਲੀ ਦੇ ਵਿੱਚ ਸਿੱਖਾਂ ਨੂੰ ਮਾਰਿਆ ਜਾਂਦਾ ਹੈ, ਦਿੱਲੀ ਦੇ ਵਿੱਚ ਰੇਪ ਹੁੰਦੇ ਨੇ, ਗੁਰਦੁਆਰੇ ਸਾੜੇ ਜਾਂਦੇ ਨੇ, ਉਦੋਂ ਉਹੀ ਸਥਾਨ ਜਿੱਥੇ ਬਹਿ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਨੇ ਸ਼ਹਾਦਤ ਦਿੱਤੀ ਸੀ, ਉਸ ਸਥਾਨ ਨੂੰ ਜਦੋਂ ਸਾੜਿਆ ਜਾਂਦਾ, ਉਹ ਫਿਰ ਹਿੰਦੂ ਕਿਹੜਾ ਹੈ? ਭਾਜੀ ਮੈਂ ਤੁਹਾਡੀ ਗੱਲ ਨੂੰ ਵੱਡੀ ਕਰਦਾ, ਮੈਂ ਗੱਲ ਨੂੰ ਮੋੜ ਕੇ ਲੈ ਕੇ ਆਉਣਾ ਦੁਬਾਰਾ ਪੰਜਾਬ 'ਚ। ਸਾਡੇ ਲਈ ਸ਼ਹਾਦਤ ਦਿੰਦੇ ਆ ਗੁਰੂ ਮਹਾਰਾਜ, ਨੋ ਡਾਊਟ। ਸਾਡੇ ਲਈ ਰੱਖਿਆ ਵਾਸਤੇ ਗੁਰੂ ਮਹਾਰਾਜ ਨੇ ਆਪਣਾ ਆਪ ਵਾਰਤਾ, ਹਿੰਦੂਆਂ ਲਈ ਵਾਰਿਆ। ਤੁਹਾਡੇ ਕਹਿਣ ਦੇ ਮੁਤਾਬਕ ਜਿਹੜੀ ਵੱਡੀ ਗੱਲ ਹੈ, ਸਾਡੇ ਲਈ ਵਾਰਿਆ, ਹਿੰਦੂਆਂ ਲਈ ਵਾਰਿਆ। ਉਹ ਮੇਰੀ ਗੱਲ ਸੁਣੋ, ਇੱਕ ਮਿੰਟ ਮੇਰੀ ਗੱਲ ਸੁਣੋ। ਨਹੀਂ, ਤੁਸੀਂ ਦੱਸਿਆ ਵੀ ਉਹ ਹੋਇਆ, ਹੁਣ ਮੇਰੀ ਗੱਲ ਦਾ ਜਵਾਬ ਦੇਖਣਾ ਪਏਗਾ। ਜੇ ਮਨੁੱਖੀ ਹੱਕਾਂ ਦੀ ਗੱਲ ਦੇ ਵਿੱਚ ਫਾਇਦਾ ਕਿਹਨਾਂ ਨੂੰ ਹੋਇਆ? ਤੁਸੀਂ ਮੇਰੀ ਗੱਲ ਦਾ ਜਵਾਬ ਦਿਓ ਇੱਕ। ਹੁਣ ਵੀ ਪੰਜਾਬ ਦੇ ਵਿੱਚ ਉਹੀ ਹਿੰਦੂ ਸੀ 78 ਤੋਂ ਲੈ ਕੇ 92 ਤੱਕ ਜਿਹੜਾ ਲਾ ਕੇ ਮਾਰਿਆ ਗਿਆ, ਜਿਹੜੇ ਸਾਡੇ ਰਕਸ਼ਕ ਸੀ ਉਹੀ ਭਕਸ਼ਕ ਬਣ ਗਏ। ਨਹੀਂ, ਕਿੰਨਾ ਇੱਕ ਫਿਰ ਮੈਂ ਬੇਨਤੀ ਕਰਦਾ ਵਾਂ, ਜਿਹੜਾ ਸ਼ਬਦ ਤੁਸੀਂ ਰਕਸ਼ਕ ਵਰਤ ਦਿੰਦੇ ਹੋ ਨਾ, ਤੁਸੀਂ ਗਊ ਰਕਸ਼ਕ ਹੋ ਸਕਦੇ ਹੋ, ਤੁਸੀਂ ਕੁਝ ਵੀ ਰਕਸ਼ਕ ਹੋ ਸਕਦੇ ਹੋ। ਦੇਖੋ, ਮੈਂ ਅੱਗੇ ਵੀ ਬੜੀ ਵਾਰੀ ਕਹਿ ਚੁੱਕਾ ਵਾਂ, ਅਸੀਂ ਹਰ ਗਰੀਬ ਦੇ ਹੱਕ ਦੇ ਵਿੱਚ ਆ, ਲੋੜਵੰਦ ਦੇ ਹੱਕ ਦੇ ਵਿੱਚ ਆ। ਜੇ ਖਤਰਾ ਕਿਸੇ ਵੀ ਕਮਿਊਨਿਟੀ ਨੂੰ ਹੋਵੇਗਾ, ਸਿੱਖ ਉੱਥੇ ਖੜਾ ਹੋਵੇਗਾ, ਪਰ ਸਾਨੂੰ ਆਪਣੇ ਬਾਡੀਗਾਰਡ ਜਦੋਂ ਪੰਜਾਬ ਦੇ ਵਿੱਚ, ਮੇਰੀ ਗੱਲ ਸੁਣੋ, ਜਦੋਂ ਪੰਜਾਬ ਦੇ ਵਿੱਚ ਸਨਾਤਨ ਨੂੰ ਖਤਰਾ ਹੋਇਆ, ਰਕਸ਼ਕ ਦੇ ਅਰਥ ਕੀ ਹੁੰਦੇ ਨੇ? ਮੇਰੀ ਗੱਲ, ਰਕਸ਼ਕ ਦੇ ਅਰਥ ਤੇ ਬਾਡੀਗਾਰਡ ਹੋ ਗਏ। ਤੁਸੀਂ ਫਿਰ ਸਾਨੂੰ ਇੱਕ ਜਦੋਂ ਬਾਡੀਗਾਰਡ ਬਣਾ ਕੇ ਪੇਸ਼ ਕਰਦੇ ਹੋ ਨਾ, ਤੁਸੀਂ ਮੈਨੂੰ ਉਹ ਗੱਲ ਦੱਸ ਦਿਓ ਵੀ ਜਦੋਂ ਪੰਜਾਬ ਦੇ ਵਿੱਚ ਹਿੰਦੂਆਂ ਨੂੰ ਖਤਰਾ ਹੋਇਆ, ਹਿੰਦੂ ਬੱਸਾਂ 'ਚ ਲਾ ਕੇ ਮਾਰੇ ਗਏ, ਘਰਾਂ 'ਚੋਂ ਕੱਢ ਕੇ ਮਾਰੇ ਗਏ, ਉਦੋਂ ਵੀ ਤਾਂ ਤੁਸੀਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ, ਸਾਹਿਬ ਸ੍ਰੀ 10ਵੇਂ ਪਾਤਸ਼ਾਹੀ ਦੇ ਵਾਰਸ ਸੀ, ਜਿਨ੍ਹਾਂ ਨੇ ਪਹਿਲਾਂ ਸਾਨੂੰ ਬਚਾਇਆ। ਫਿਰ ਉਹ ਮਾਰਨ ਵਾਲੇ ਕੌਣ ਸੀ ਸਾਨੂੰ? ਉਹ ਤੁਸੀਂ, ਮੈਂ ਇਹ ਗੱਲ ਅੱਗੇ ਵੀ ਕਹਿਣਾ ਹੁੰਦਾ ਵੀ ਜੇ ਤੁਹਾਨੂੰ ਲੱਗਦਾ, ਤੁਸੀਂ ਉਹ ਲਿਸਟ ਜਨਤਕ ਕਰੋ। ਉਸ ਵੇਲੇ ਸਿੱਖ ਵੀ ਮਰਦਾ ਪਿਆ ਆ, ਸਿੱਖ ਦੇ ਕਤਲੇਆਮ ਹੋ ਰਹੀ ਹੈ, ਜੇਲ੍ਹਾਂ ਦੇ ਵਿੱਚ ਸੜਦਾ ਪਿਆ ਆ, CIA ਸਟਾਫ ਦੇ ਵਿੱਚ ਇਹਨਾਂ ਦੇ ਨਾਲ ਟੌਰਚਰ ਕੀਤਾ ਜਾ ਰਿਹਾ ਆ, ਸਾਡੀਆਂ ਬੀਬੀਆਂ ਭੈਣਾਂ ਨਾਲ ਰੇਪ ਹੋ ਰਿਹਾ ਹੈ। ਮੇਰਾ ਮੰਨਣਾ ਇਹ ਹੈ ਵੀ ਉਹ ਦੋਵਾਂ ਕੌਮਾਂ ਦੇ ਵਿੱਚ ਐਸਾ ਹੋ ਰਿਹਾ ਹੈ, ਸਾਨੂੰ ਇੱਥੇ ਬਰੀਕੀ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ, ਨਾ ਕਿ ਦਿੱਲੀ ਇੱਕ ਜਿਹੜੀ ਗੱਲ ਤੁਸੀਂ ਦਿੱਲੀ ਦੀ ਕੀਤੀ ਹੈ, ਤੁਸੀਂ ਦਿੱਲੀ ਦੀ ਗੱਲ ਕੀਤੀ ਹੈ, ਮੈਂ ਤੁਹਾਨੂੰ ਉੱਥੇ ਲੈ ਕੇ ਜਾਣਾ ਦੁਬਾਰਾ ਫਿਰ ਵੀ ਦਿੱਲੀ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਸਥਾਨ ਹੈ, ਉਹਨੂੰ ਬੇਅਦਬੀ ਕੀਤੀ ਗਈ। ਉਹੀ ਭਾਈ ਮਤੀਦਾਸ, ਭਾਈ ਸਤੀਦਾਸ ਦਾ ਸ਼ਹੀਦੀ ਸਥਾਨ ਹੈ, ਠੀਕ ਹੈ। ਕਿਹੜਾ ਹਿੰਦੂ, ਕਿਹੜਾ ਬ੍ਰਾਹਮਣ ਜਿਹੜਾ ਆਪਣੇ ਪੂਰਵਜਾਂ ਦੇ ਸ਼ਹੀਦੀ ਸਥਾਨ ਦਾ ਅਪਮਾਨ ਕਰੇਗਾ? ਮੈਨੂੰ ਦੱਸੋ। ਫਿਰ ਉਹ ਮੈਂ ਤੁਹਾਨੂੰ ਪੁੱਛ ਰਿਹਾ ਵੀ ਐਸਾ ਹੋਇਆ ਕਿਉਂ? ਏਜੰਸੀਆਂ, ਸਰਕਾਰਾਂ ਸੀ, ਏਜੰਸੀਆਂ ਸੀ। ਪ੍ਰਧਾਨ ਮੰਤਰੀ ਮਰ ਗਈ ਤੇ ਪ੍ਰਧਾਨ ਮੰਤਰੀ ਦਾ ਮੁੰਡਾ ਪ੍ਰਧਾਨ ਮੰਤਰੀ ਬਣ ਗਿਆ। ਉਹਨਾਂ ਕੋਲ ਤਾਕਤ ਸੀ, ਜੋ ਮਰਜ਼ੀ ਕਰਾਉਂਦੇ। ਉਹਨਾਂ ਨੂੰ ਦੱਸੋ ਕਿਹੜਾ ਬੰਦਾ ਨਾ ਕਰ ਸਕਦਾ ਸੀ, ਕਿਹੜੀ CRP ਨਾ ਕਰ ਸਕਦੀ ਸੀ, ਕਿਹੜੀ ਫੌਜ ਨਾ ਕਰ ਸਕਦੀ ਸੀ? ਉਦੋਂ ਦੇਖੋ, ਇਹ ਦੋਸ਼ ਹੈ ਜਿਹੜੇ ਬਿਲਕੁਲ ਗਲਤ ਹੈ ਭਾਜੀ। ਆਮ ਸਨਾਤਨੀ ਕਦੀ ਵੀ ਉਹਨਾਂ ਜਿਹੜੇ ਮਹਾਪੁਰਸ਼ ਸੀ, ਸ਼ਹੀਦ ਸੀ, ਸਾਡੇ ਸ਼ਹੀਦਾਂ ਦਾ ਸਰਤਾਜ ਸੀ ਉਹ, ਠੀਕ ਹੈ। ਸਾਡੇ ਲਈ ਸਾਡੇ ਮਾਨ ਨੇ ਭਾਈ ਪੰਡਤ ਮਤੀਦਾਸ ਜੀ, ਪੰਡਤ ਸਤੀਦਾਸ ਜੀ। ਕਦੀ ਵੀ ਨਹੀਂ ਹੋ ਸਕਦਾ ਵੀ ਉਹਨਾਂ ਦੇ ਸ਼ਹੀਦੀ ਸਥਾਨ ਦੀ ਬੇਅਦਬੀ ਕੋਈ ਹਿੰਦੂ ਉੱਠ ਕੇ ਕਰੇ, ਠੀਕ ਹੈ। ਉਹਨਾਂ ਦੇ ਸਰਤਾਜ ਸੀ, ਜਿਹੜੇ ਮੁਰਸ਼ਦ ਸੀ, ਗੁਰੂ ਤੇਗ ਬਹਾਦਰ ਸੀ। ਇਹ ਕਿਵੇਂ ਹੋ ਸਕਦਾ ਹੈ ਵੀ ਆਪਣੇ ਜਿਹੜੇ ਤੁਸੀਂ ਜਿਨ੍ਹਾਂ ਨੂੰ ਈਸਟ ਮੰਨਦੇ, ਉਹਨਾਂ ਦੇ ਜਿਹੜਾ ਮੁਰਸ਼ਦ ਹੈ, ਤੁਸੀਂ ਉਹਦੇ ਸ਼ਹੀਦੀ ਸਥਾਨ ਦੀ ਬੇਅਦਬੀ ਕਰੋ? ਜਿਹੜੀਆਂ ਸਰਕਾਰਾਂ ਸੀ, ਜਿਹੜੀਆਂ ਫੌਜਾਂ ਸੀ, ਜਿਹੜੀ CRP ਸੀ, ਆਊਟ ਆਫ ਸਟੇਟ ਲੋਕ ਸੀ, ਜਿਨ੍ਹਾਂ ਦਾ ਸਾਡੀ ਸੱਭਿਅਤਾ ਨਾਲ ਕੋਈ ਸੰਬੰਧ ਨਹੀਂ। ਤੁਸੀਂ ਦੇਖੋ ਵੀ ਉੱਥੇ 12-15 ਬੰਦਿਆਂ ਦੇ ਉਸ ਸਮੇਂ ਡੰਟੀ ਕਾਰਡ ਫੜੇ ਗਏ। ਉਹ ਸਰਕਾਰਾਂ ਨੇ, ਜਿਹੜੇ ਤੁਹਾਡੇ ਲੜਾਈ ਲੜਨ ਵਾਲੇ ਲੋਕ ਸੀ, ਚਾਹੇ ਉਹ ਲੁਧਿਆਣੇ ਵਾਲੇ MLA ਸਾਹਿਬ ਸੀ, ਐਡਵੋਕੇਟ ਸਾਹਿਬ ਫੁਲਕਾ ਸਾਹਿਬ, ਹੋਰ ਸੀ, ਉਹ ਲੋਕਾਂ ਨੇ ਫਾਈਲਾਂ 'ਚੋਂ ਡੰਟੀ ਕਾਰਡ ਉਤਾਰਦੇ CRP ਵਾਲਿਆਂ ਦੇ। ਉਹ CRP ਵਾਲਿਆਂ ਨੂੰ ਨੰਗਾ ਨਹੀਂ ਕੀਤਾ ਸਰਕਾਰਾਂ ਨੇ ਵੀ ਕਿਤੇ ਨਾ ਕਿਤੇ ਗੱਲ ਘੁੰਮ ਕੇ ਸਰਕਾਰ ਵਾਲੇ ਪਾਸੇ ਨਾ ਆ ਜੇ, ਇਹ ਥੱਲੇ ਹੀ ਰਹਿਣ ਦਿਓ, ਹਿੰਦੂ ਸਿੱਖਾਂ ਦੀ ਲੜਾਈ ਰਹਿਣ ਦਿਓ। ਜੇ ਉਹਨਾਂ ਲੋਕਾਂ ਦੇ, ਉਹਨਾਂ ਮੁਲਾਜ਼ਮਾਂ ਦੇ ਡੰਟੀ ਕਾਰਡ ਨਾਲ ਲਾਏ ਹੁੰਦੇ ਉਹਨਾਂ ਫਾਈਲਾਂ 'ਚ, ਉਹ ਗੱਲ ਨੰਗੀ ਹੋ ਗਈ, ਸਪਸ਼ਟ ਹੋ ਗਿਆ ਸੀ ਵੀ ਇਹ ਸਰਕਾਰੀ ਮੁਲਾਜ਼ਮਾਂ ਨੇ ਇਹ ਕੰਮ ਕੀਤੇ ਆ ਕਿ ਗੌਰਮੈਂਟ ਦੇ ਜਿਹੜੇ ਆਪਣੇ ਆਥੋਰਾਈਜ਼ਡ ਨੁਮਾਇੰਦੇ ਸੀ ਉਹਨਾਂ ਨੇ ਕੀਤੇ, ਤੇ ਭਾਈਚਾਰੇ 'ਚ ਜਿਹੜੇ ਫਿਰਕੂ ਦੰਗੇ ਉਹ ਕਰਾਤੇ। ਹੁਣ ਇਸੇ ਗੱਲ ਦੇ ਉੱਪਰ ਮੈਂ ਆ ਜਾਵਾਂ, ਜਿਵੇਂ ਤੁਸੀਂ ਦਿੱਲੀ ਦੀ ਗੱਲ ਕੀਤੀ ਔਰ ਤੁਸੀਂ ਕਹਿ ਦਿੱਤਾ ਕਿ ਉਹ ਏਜੰਸੀਆਂ ਦਾ ਕੰਮ ਸੀ, ਨਾ ਕਿ ਹਿੰਦੂਆਂ ਦਾ। ਫਿਰ ਤੁਸੀਂ ਇਹ ਦਾਅਵਾ ਕਿਵੇਂ ਕਰ ਸਕਦੇ ਹੋ ਵੀ 78 ਤੋਂ ਲੈ ਕੇ ਜਿਹੜਾ 92 ਤੱਕ ਹੈ ਉਹ ਕਿਸੇ ਕਮਿਊਨਿਟੀ ਤੇ ਉਂਗਲ ਕਿਵੇਂ ਚੁੱਕ ਸਕਦੇ ਹੋ? ਇਹ ਗੱਲ ਮੈਂ ਮੰਨਦਾ, ਇਹ ਗੱਲ ਮੈਂ ਮੰਨਦਾ। ਪਹਿਲਾਂ ਵੀ ਮੈਂ ਤੁਹਾਡੇ ਚੈਨਲ ਤੇ ਮੰਨ ਕੇ ਗਿਆ, ਅੱਜ ਵੀ ਇਹ ਗੱਲ ਮੰਨਦਾ। ਮੈਂ ਕਦੀ ਤੁਹਾਨੂੰ ਸਿੱਧਮ ਸਿੱਧਾ ਇਹ ਗੱਲ ਤੇ ਦੋਸ਼ੀ ਨਹੀਂ ਠਹਿਰਾਉਂਦਾ ਕਿਸੇ ਸਿੱਖ ਭਰਾ ਨੂੰ ਵੀ ਇਸ ਜਥੇਦਾਰ ਨੇ ਇਹ ਕੰਮ ਕਰਾਤਾ, ਇਸ ਨੇ ਫਲਾਣੇ ਨੇ ਕਰਾਤਾ। ਕਈ ਸਾਡੇ ਜਿਹੜੇ ਸਨਾਤਨ ਸਮਾਜ ਦੇ ਆਗੂ ਆਉਂਦੇ ਆ, ਉਹ ਕਿਸੇ ਨਾ ਕਿਸੇ ਨੂੰ, ਇੱਕ ਬੰਦੇ ਨੂੰ ਟਾਰਗੇਟ ਕਰਦੇ ਆ। ਮੈਂ ਬਿਲਕੁਲ ਨਹੀਂ ਕਰਦਾ ਇਸ ਗੱਲ ਤੇ। ਮੈਂ ਗੱਲ ਮੰਨਦਾ ਵੀ ਜਿਹੜੇ ਲੋਕਤੰਤਰ ਚਲਾ ਰਹੇ, ਜਿਹੜੇ ਸਰਕਾਰ ਦਾ ਤੰਤਰ ਚਲਾ ਰਹੇ ਆ, ਸਰਕਾਰੀ ਲੋਕ ਜਿਨ੍ਹਾਂ ਨੇ ਆਪਣੀਆਂ ਕੁਰਸੀਆਂ ਸੇਫ ਰੱਖਣੀਆਂ, ਉਹਨਾਂ ਨੇ ਇੱਕ ਸਰੂਪ ਧਾਰਨ ਕਰਾ ਕੇ ਬੰਦੇ ਨੂੰ ਭੇਜ ਦੇਣਾ ਵੀ ਲੈ ਸਰੂਪ ਧਾਰਨ ਕਰਕੇ ਚਲਾ ਜਾ, ਸਿੱਖੀ ਪਾ ਕੇ ਵਰਦੀ ਜਾ ਕੇ 5-4 ਹਿੰਦੂ ਮਾਰਿਆ ਤੇ ਉਹ ਸਿੱਖ ਭਰਾਵਾਂ ਦੇ ਦੁਸ਼ਮਣ ਹੋ ਗਏ। ਦਿੱਲੀ ਦੇ ਵਿੱਚ ਇਹੀ ਕੰਮ ਉਹਨਾਂ ਨੇ ਹਿੰਦੂਆਂ ਤੋਂ ਇਹਨਾਂ ਤੋਂ ਕਰਵਾਇਆ, ਆਪਣੇ ਬੰਦਿਆਂ ਤੋਂ।
ਵੀ ਜਾ ਟਿੱਕਾ ਲਾ ਕੇ ਚਲਾ ਜਾ ਫਲਾਣੀ ਗਲੀ 'ਚ ਜਾ ਕੇ ਸਿੱਖ ਭਰਾਵਾਂ ਦੇ ਇੰਨੇ ਘਰ ਨੇ ਉਹਨਾਂ ਨੂੰ ਅੱਗ ਲਾ ਦੇ। ਪਰ ਅੱਗ ਲਵਾਉਣ ਵਾਲੇ ਜਿਹੜੇ ਲੋਕ ਸੀ ਉਹ ਲੰਮੇਰਾ ਸਮਾਂ ਦੇਸ਼ ਤੇ ਰਾਜ ਕਰਦੇ ਆ, ਠੀਕ ਹੈ। ਉਹ ਆਪਣੀਆਂ ਜਿਹੜੀਆਂ ਸਿਆਸੀ ਰੋਟੀਆਂ ਸੇਕਦੇ ਆ। ਜਿਹੜੇ ਮਰ ਗਏ ਉਹ ਵੀ ਸਾਡੇ ਸੀ, ਜਿਹੜਿਆਂ ਨੇ ਮਾਰਤੇ ਉਹ ਵੀ ਸਾਡੇ ਸੀ, ਜਿਹੜੇ ਲੋਕ ਸਜ਼ਾ ਭੁਗਤ ਰਹੇ ਆ ਨਜਾਇਜ਼ ਤੌਰ ਤੇ ਜੇਲ੍ਹਾਂ 'ਚ ਬੈਠੇ ਉਹ ਵੀ ਸਾਡੇ ਆ, ਜਿਹੜੇ ਮਾਰੇ ਗਏ ਉਹ ਵੀ ਸਾਡੇ ਸੀ ਜੀ। ਤੇ ਸਰਕਾਰਾਂ ਨੇ ਆਪਣੀ ਜਿਹੜੀ ਰੋਟੀ ਆ ਉਹ ਸੇਕ ਲਈ, ਆਪ ਲੰਮਾ ਸਮਾਂ ਰਾਜ ਕੀਤਾ, ਖਾਨਦਾਨੀ ਤੌਰ ਤੇ ਵਿਕਸਿਤ ਹੋਏ ਆ, ਫਾਈਨੈਂਸ਼ੀਅਲੀ ਤੌਰ ਤੇ ਮਜ਼ਬੂਤ ਹੋਏ ਆ। ਉਜੜਿਆ ਸਿਰਫ ਪੰਜਾਬ ਹੈ ਜੀ, ਬੁਰੀ ਤਰ੍ਹਾਂ ਉਜੜਿਆ ਨਾਲੇ। ਪੰਜਾਬ ਦੀ ਧਰਤੀ ਬੁਰੀ ਤਰ੍ਹਾਂ ਜਿਹੜੀ ਕੰਗਾਲ ਹੋ ਗਈ ਆਰਥਿਕ ਪੱਖੋਂ, ਇਹਨਾਂ ਲੋਕਾਂ ਨੇ ਕਰਤੀ। ਉਹ ਅੱਜ ਵੀ ਸਕੂਨ ਦੀ ਜ਼ਿੰਦਗੀ ਜੀ ਰਹੇ ਜੀ। ਅਸੀਂ ਅੱਜ ਵੀ ਜਿਹੜੇ ਹਿੰਦੂ ਸਿੱਖਾਂ ਦੀ ਲੜਾਈ ਦੇ ਵਿੱਚ ਪਏ ਹੋਏ ਹਾਂ ਜੀ। ਸੋ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਤੇ ਦੇਸ਼ ਵਾਸੀਆਂ ਨੂੰ, ਇੱਥੇ ਪੂਰੇ ਭਾਰਤ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ, ਪੂਰੇ ਵਰਲਡ ਦੇ ਲੋਕਾਂ ਨੂੰ? ਮੈਂ ਸਮੁੱਚੇ ਦੇਸ਼ ਵਾਸੀਆਂ ਨੂੰ, ਮੰਦਿਰ ਪ੍ਰਬੰਧਕ ਕਮੇਟੀ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਤੇ, ਗਊ ਸੇਵਾ ਦਲ ਰਜਿਸਟਰਡ ਪੰਜਾਬ ਦਾ ਚੇਅਰਮੈਨ ਹੋਣ ਦੇ ਨਾਤੇ, ਇੱਕ ਬ੍ਰਾਹਮਣ ਪਰਿਵਾਰ ਚੋਂ ਸਨਾਤਨੀ ਵਸਿਸ਼ਟ ਗੋਤ ਹੈ ਮੇਰਾ, ਉਹ ਹੋਣ ਦੇ ਨਾਤੇ ਸਮੁੱਚੇ ਭਾਰਤ ਵਰਸ਼ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਸ਼ਹੀਦੀ ਦਿਹਾੜਾ ਹੈ ਉਹਨੂੰ ਬੜੀ ਸ਼ਰਧਾ ਪੂਰਵਕ ਘਰ ਘਰ ਮੰਦਿਰਾਂ 'ਚ ਜਿੱਥੇ ਵੀ ਆਪਾਂ ਮਨਾ ਸਕਦੇ ਹਾਂ, ਆਪਣੀਆਂ ਧਰਮਸ਼ਾਲਾਵਾਂ ਦੇ ਵਿੱਚ, ਉਹਨੂੰ ਇੱਕ ਐਤਕੀ ਜਿਹੜਾ 2020 ਹੈ ਲਾਮਸਾਲ ਰੂਪ ਦੇ ਵਿੱਚ ਮਨਾਈਏ, ਤਾਂ ਜੋ ਦੁਨੀਆ ਵਾਸਤੇ ਉਹ ਇੱਕ ਮਾਰਗਦਰਸ਼ਕ ਹੋ ਸਕੇ। ਜਿਹੜਾ 2020 ਹੈ ਕਰੋਨਾ ਮਹਾਮਾਰੀ ਦੇ ਦੌਰਾਨ ਇਕੱਠ ਚਾਹੇ ਛੋਟੇ ਕੀਤੇ ਜਾ ਸਕਦੇ, ਵੱਡੇ ਨਹੀਂ ਕੀਤੇ ਜਾ ਸਕਦੇ, ਪਰ ਹਰੇਕ ਮੰਦਿਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਸ਼ਹਾਦਤ ਹੈ ਉਹਨੂੰ ਨਮਨ ਕਰਨਾ ਹੈ। ਉਹਨਾਂ ਦੇ ਨਾਲ ਭਾਈ ਮਤੀਦਾਸ, ਭਾਈ ਸਤੀਦਾਸ ਜੀ ਜਿਹੜੇ ਸ਼ਹੀਦ ਹੋਏ ਉੱਥੇ ਜਾ ਕੇ, ਕਿਰਪਾਚਾਰਿਆ ਜੀ ਹੋ ਗਏ, ਉਹਨਾਂ ਲੋਕਾਂ ਨੂੰ ਵੀ ਜਿਹੜਾ ਸਾਨੂੰ ਨਮਨ ਕਰਨ ਦਾ ਸਮਾਂ ਮਿਲਦਾ ਹੈ। ਤੇ ਆਪਣੀ ਆਉਣ ਵਾਲੀ ਜਿਹੜੀ ਨਸਲ ਹੈ ਉਹਨੂੰ ਜਿਹੜਾ ਸਾਡਾ ਪੁਰਾਣਾ ਇਤਿਹਾਸ ਹੈ ਉਹ ਤੋਂ ਜਾਣੂ ਕਰਾਉਣਾ ਬਹੁਤ ਜ਼ਰੂਰੀ ਹੈ, ਤਾਂ ਜੋ ਜਿਹੜੇ ਲੋਕ ਫਿਰਕੂ ਲੜਾਈਆਂ ਫਲਾਉਣ ਵਾਲੇ ਆ, ਗਲਤ ਪ੍ਰਚਾਰ ਕਰਨ ਵਾਲੇ ਆ, ਉਹਨਾਂ ਦੇ ਮੂੰਹ ਤੇ ਕਿਤੇ ਨਾ ਕਿਤੇ ਚਪੇੜ ਵੱਜ ਸਕੇ ਵੀ ਜਿਹੜੇ ਸ਼ਹੀਦ ਆ, ਜਿਹੜੇ ਸਰਤਾਜ ਆ, ਉਹ ਕਿਸੇ ਕੌਮ ਜਾਂ ਕਿਸੇ ਲੋਕਾਂ ਦੇ ਸਪੈਸ਼ਲ ਕਮਿਊਨਿਟੀ ਦੇ ਵੰਡੇ ਹੋਏ ਨਹੀਂ, ਉਹ ਸਾਡੇ ਆ। ਅਸੀਂ ਉਹਨਾਂ ਨੂੰ ਜਿਹੜੇ ਆਪਣਾ ਇਸ਼ਟਾ ਹਮੇਸ਼ਾ ਨਮਨ ਕਰਨਾ ਹੈ। ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੋਟ-ਕੋਟ ਨਮਨ ਕਰਦਾ। ਸਮੁੱਚੇ ਭਾਰਤ ਵਰਸ਼ ਨੂੰ ਉਹਨਾਂ ਦੀ ਜਿਹੜੀ ਸ਼ਹਾਦਤ ਹੈ ਉਹਦੇ ਨਮਨ ਕਰਨ ਦੀ ਅਪੀਲ ਕਰਦਾ ਜੀ। ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹਾਂ। ਸੋ ਦਰਸ਼ਕੋ, ਇਹ ਸਨ ਵੀਰ ਗੱਗੀ ਪੰਡਤ, ਜਿਨ੍ਹਾਂ ਨੇ ਅਕਸਰ ਹੀ ਜੇ ਕਿਤੇ ਫੋਨ ਆ ਜਾਂਦਾ ਹੈ, ਮੈਨੂੰ ਪੁੱਛਦੇ ਨੇ ਕੀ ਹਾਲ ਨੇ ਮਖੂ ਜੀ, ਮੈਂ ਕਹਿੰਦਾ ਜੀ ਚੜ੍ਹਦੀ ਕਲਾ। ਮੈਂ ਪੁੱਛਦਾ ਤੁਹਾਡੇ ਕੀ ਹਾਲ ਨੇ, ਤੇ ਕਹਿ ਦਿੰਦੇ ਨੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਹੈ। ਔਰ ਬਹਾਦਰਗੜ੍ਹ ਦੀ ਧਰਤੀ ਤੇ 3.5 ਮਹੀਨੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਰਹੇ ਹੈ। ਇਸ ਸ਼ਹਿਰ ਦਾ ਪਹਿਲਾ ਨਾਮ ਜਿਹੜਾ ਉਹ ਚੇਂਜ ਹੋ ਕੇ ਉਸ ਤੋਂ ਬਾਅਦ ਬਹਾਦਰਗੜ੍ਹ ਬਣ ਜਾਂਦਾ ਹੈ। ਤੇ ਵੀਰ ਜੀ ਬਹਾਦਰਗੜ੍ਹ ਦੇ ਰਹਿਣ ਵਾਲੇ ਨੇ, ਇਹ ਕਹਿੰਦੇ ਕਿ ਮੈਨੂੰ ਪ੍ਰਾਊਡ ਇਸ ਗੱਲ ਦਾ ਵੀ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਸਾਡਾ ਧਰਮ ਬੜੇ ਵੱਡੇ ਖਤਰੇ ਵਿੱਚ ਸੀ, ਆਪਣਾ ਬਲਿਦਾਨ ਦੇ ਕੇ ਧਰਮ ਸਾਡਾ ਬਚਾਇਆ, ਉਹ ਮੇਰੇ ਪਿੰਡ ਦੇ ਵਿੱਚ 3.5 ਮਹੀਨੇ ਸੱਚੇ ਪਾਤਸ਼ਾਹ ਮਹਾਰਾਜ ਰਹੇ ਨੇ। ਪਰ ਜਿਹੜੀਆਂ ਗੱਲਾਂ ਇਹਨਾਂ ਨੇ ਕਹੀਆਂ ਉਹ ਕਿਤੇ ਨਾ ਕਿਤੇ ਅੱਜ ਮੇਰੇ ਅੰਦਰ ਮੈਨੂੰ ਲੱਗਦਾ ਵੀ ਉਨੀ ਦੇਰ ਤੱਕ ਖੜਕਦੀਆਂ ਰਹਿਣਗੀਆਂ ਜਿੰਨੀ ਦੇਰ ਤੱਕ ਮੈਂ ਆਪਣੇ ਉੱਚ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਗੱਲ ਨਹੀਂ ਕਰ ਲੈਂਦਾ। ਵੀਰ ਜੀ ਨੇ ਗੱਲ ਕੀਤੀ ਹੈ ਕਿ ਮੈਂ ਬਚਪਨ ਤੋਂ ਦੇਖਦਾ ਆਇਆ ਮਾਂ, ਕਹਿੰਦੇ ਵੀ ਜਦੋਂ ਜਿਸ ਮਹੀਨੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਇਸ ਧਰਤੀ ਨੂੰ ਭਾਗ ਲਾਉਂਦੇ ਨੇ, ਕਹਿੰਦੇ ਉਹਨਾਂ 3.5 ਮਹੀਨੇ ਗੁਰਦੁਆਰਿਆਂ ਦੇ ਵਿੱਚ ਲੰਮਾ ਸਮਾਂ ਕਥਾ ਵਿਚਾਰਾਂ ਹੁੰਦੀਆਂ ਸੀ, ਸੰਗਤ ਆਉਂਦੀ ਸੀ, ਸੰਗਤ ਨੂੰ ਦੱਸਿਆ ਜਾਂਦਾ ਸੀ ਵੀ ਇਹ ਉਹ ਦਿਨ ਨੇ ਜਦੋਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਬਹਾਦਰਗੜ੍ਹ ਦੀ ਧਰਤੀ ਤੇ ਆਏ। ਵੀਰ ਜੀ ਦਾ ਮੇਰੇ ਨਾਲ ਕਹਿਣਾ ਸੀ, ਆਫ ਰਿਕਾਰਡ ਜੋ ਗੱਲਾਂ ਇਹਨਾਂ ਨੇ ਦੱਸੀਆਂ, ਕਹਿੰਦੇ ਕਿ ਸੰਗਤ ਦੀ ਬੜੀ ਆਵਾਜਾਈ ਸੀ। ਕਹਿੰਦੇ ਇਸ ਵਾਰੀ ਭਾਵੇਂ ਕਰੋਨਾ ਮਹਾਮਾਰੀ ਕਰਕੇ ਇਕੱਠ ਨਹੀਂ ਹੋਇਆ, ਕਹਿੰਦੇ ਮੈਨੂੰ ਇਸ ਗੱਲ ਦਾ ਖੇਦ ਹੈ। ਸੋ ਉਹ ਵੀ ਗੱਲਾਂ ਬੜੀਆਂ ਵਿਚਾਰਨ ਵਾਲੀਆਂ ਨੇ ਕਿ ਜਿਸ ਡੇਟ ਵਿੱਚ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਬਹਾਦਰਗੜ੍ਹ ਦੀ ਧਰਤੀ ਤੇ ਆਉਂਦੇ ਨੇ, ਤੇ ਜਿਸ ਡੇਟ ਤੱਕ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਇਸ ਧਰਤੀ ਦੇ ਉੱਪਰ ਆਪਣੇ ਚਰਨ ਪਾ ਕੇ ਇਸ ਧਰਤੀ ਨੂੰ ਤਾਰਦੇ ਨੇ, ਉਹਨਾਂ ਲੰਮਾ ਸਮਾਂ ਜ਼ਰੂਰ ਇੱਥੇ ਕੋਈ ਐਸਾ ਪ੍ਰੋਗਰਾਮ ਲਿਖਿਆ ਜਾਵੇ ਤਾਂ ਕਿ ਬੱਚੇ ਨੂੰ ਪਤਾ ਲੱਗ ਸਕੇ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਜਿਹੜੇ ਵਿਚਾਰ ਨੇ ਮੈਂ ਕਿਤੇ ਨਾ ਕਿਤੇ ਆਪਣੇ ਜੀਵਨ ਦੇ ਵਿੱਚ ਉਤਾਰਨੇ ਨੇ। ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਦੁਬਾਰਾ ਹਾਜ਼ਰ ਹੋਵਾਂਗਾ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।